ਇਸ ਡਿਫਾਲਟ ਤੇ ਕਰਨਾ ਹੈ। ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਤੁਹਾਡਾ ਆਪਣਾ ਗੁਰਪ੍ਰੀਤ ਸਿੰਘ ਸੰਧੂ ਹਾਜ਼ਰਾਂ ਲੈ ਕੇ ਅੱਜ ਦਾ ਮੁੱਦਾ ਲਾਈਵ ਮੇਰੇ ਨਾਲ ਜੁੜ ਚੁੱਕੇ ਨੇ ਰਜਿੰਦਰ ਮਹਿੰਦਰੂ ਜੀ ਤੇ ਕਮਰ ਮੰਜ਼ਲ ਜੀ, ਦੋਨਾਂ ਦਾ ਹਾਰਦਿਕ ਸਵਾਗਤ ਜੀ ਪ੍ਰੋਗਰਾਮ 'ਚ। ਸਤਿ ਸ਼੍ਰੀ ਅਕਾਲ ਜੀ। ਅੱਜ ਦੀ ਗੱਲਬਾਤ ਸ਼ੁਰੂ ਕਰੀਏ ਤਾਂ ਮੈਂ ਦੇਖ ਰਿਹਾ ਸੀ ਅਖਬਾਰ ਦੀਆਂ ਸੁਰਖੀਆਂ ਤੇ ਸਭ ਤੋਂ ਵੱਡੀ ਖਬਰ ਜਿਹੜੀ ਆ, ਸਾਨੂੰ ਲੱਗਦਾ ਜਿਹੜੀ ਦੁਖਦਾਈ ਖਬਰ ਵੀ ਆ ਔਰ ਸਾਡੇ ਸਮਾਜ ਵਾਸਤੇ ਬੜੀ ਗਹਿਰ ਗੰਭੀਰ ਮੰਥਨ ਦੀ ਵੀ ਜ਼ਰੂਰਤ ਆ, ਸਰਕਾਰਾਂ ਵਾਸਤੇ ਵੀ, ਸਮਾਜ ਵਾਸਤੇ ਵੀ, ਸਾਡੇ ਸਾਰਿਆਂ ਵਾਸਤੇ। ਇਹ ਤਾਂ ਹੁਣ ਵਿਚਾਰ ਕਰਨ ਦਾ ਸਮਾਂ ਆ ਗਿਆ ਕਿ ਹੁਣ ਇਸ ਮੁੱਦੇ ਉੱਤੇ ਕੀ ਕੀਤਾ ਜਾਵੇ। ਮਸਲੇ ਦੀ ਗੱਲ ਕਰਾਂ, ਇੱਕ ਹਾਦਸਾ ਵਾਪਰਦਾ ਅੰਮ੍ਰਿਤਸਰ ਦੀ ਬਿਊਟੀ ਐਨਕਲੇਵ ਦੇ ਵਿੱਚ। ਕਹਿੰਦੇ ਗੁਆਂਢੀ ਹੀ ਸੀਗਾ, ਆਪਣੀ ਕਾਰ ਲੈ ਕੇ ਉਹਦੇ ਵਿੱਚ ਉੱਚੀ ਉਹਨੇ ਆਪਣਾ ਜਿਹੜਾ ਡੈਕ ਆ ਉਹ ਬੂਫਰ ਲਾਏ ਹੋਏ, ਅੱਜ ਕੱਲ ਮੁੰਡਿਆਂ ਨੇ ਲਾਏ ਹੁੰਦੇ ਆ, ਉਹ ਬੜੇ ਉੱਚੀ ਆਵਾਜ਼ ਵਿੱਚ ਬੂਫਰ ਵਜਾਉਂਦਾ ਜਾ ਰਿਹਾ ਸੀ। ਬੈਕ ਗੱਡੀ ਸ਼ਾਇਦ ਕਰਨ ਲੱਗਾ ਸੀ ਤੇ ਉੱਥੇ ਇੱਕ ਸੈਰ ਕਰ ਰਿਹਾ ਸੀ ਬਜ਼ੁਰਗ, ਉਹ ਕਿਸੇ NGO ਦਾ ਚੇਅਰਮੈਨ ਵੀ ਹੈ, ਬੜਾ ਰੈਪਿਊਟਡ ਪਰਸਨ ਸੀ, ਸੈਰ ਕਰ ਰਿਹਾ ਸੀ, ਉਹਦੇ ਉੱਤੇ ਗੱਡੀ ਜਿਹੜੀ ਚੜਾਤੀ ਹੈ। 2 ਵਾਰ ਕਹਿੰਦੇ ਉਹਦੇ ਤੋਂ ਗੱਡੀ ਚੜਾਤੀ ਤੇ ਬਜ਼ੁਰਗ ਦੀ ਮੌਕੇ ਤੇ ਮੌਤ ਹੋ ਜਾਂਦੀ। ਦੇਰ ਰਾਤ ਦੀ ਗੱਲ ਆ ਅੰਮ੍ਰਿਤਸਰ ਦੀ। ਕਮਰ ਮੰਜ਼ਲ ਜੀ, ਕੀ ਖਬਰ ਹੈ? ਸੰਧੂ ਸਾਹਿਬ, ਬੜੀ ਦੁਖਦਾਈ ਖਬਰ ਹੈ। ਸਾਡੇ ਇੱਥੇ ਅੰਮ੍ਰਿਤਸਰ ਅਗਰਵਾਲ ਸਭਾ ਇੱਕ ਹੈਗੀ ਹੈ ਜੀ, ਉਹਨਾਂ ਦਾ ਬੜਾ ਮੰਦਿਰ ਗੋਲਡਨ ਟੈਂਪਲ ਦੇ ਬਿਲਕੁਲ ਕਲੋਜ਼ ਹੈ, ਉਹਦੇ ਮੈਂਬਰ ਵੀ ਨੇ ਔਰ ਇੱਕ NGO ਵੀ ਚਲਾਉਂਦੇ ਨੇ। ਬਜ਼ੁਰਗ 72 ਸਾਲ ਏਜ ਹੈ ਇਹਨਾਂ ਦੀ, ਔਰ ਬਿਊਟੀ ਐਵਨਿਊ 'ਚ ਸੈਰ ਕਰ ਰਹੇ ਸੀ ਤੇ ਉਹ ਲੜਕੇ ਨੇ ਬੈਕ ਕਰਦਿਆਂ ਗੱਡੀ ਇਹਨਾਂ ਦੇ ਉੱਤੇ ਪਹਿਲਾਂ ਵਾਪਸ ਬੈਕ ਕਰਦਿਆਂ ਚੜਾ ਦਿੱਤੀ। ਆਵਾਜ਼ ਉੱਚੀ ਸੀ, ਪਤਾ ਨਹੀਂ ਲੱਗਾ, ਫਿਰ ਅੱਗੇ ਕੀਤੀ ਤੇ ਉਦੋਂ ਫਿਰ 2 ਵਾਰ ਉਹ ਕੁਚਲੇ ਗਏ ਤੇ ਉਹਨਾਂ ਦੀ ਮੌਤ ਹੋ ਗਈ। ਇਹ ਬੜੀ ਦੁਖਦਾਈ ਖਬਰ ਹੈ। ਤੇ ਸੰਧੂ ਸਾਹਿਬ, ਮੇਰਾ ਇਹ ਮੰਨਣਾ ਵਾ, ਜਿਸ ਤਰ੍ਹਾਂ ਅਸੀਂ ਬੁਲਟ ਦੇ ਪਟਾਕਿਆਂ ਤੇ ਜਾਂ ਹੋਰ ਇਹ ਧਵਨੀ ਪ੍ਰਦੂਸ਼ਣ ਨਾਮ ਦੇ ਇੱਕ ਇਹ ਚੀਜ਼ ਆ ਜਿਹੜੀ ਆ, ਇਹ ਧਵਨੀ ਪ੍ਰਦੂਸ਼ਣ ਦੇ ਕਾਨੂੰਨ ਦੇ ਤਹਿਤ ਇਹਨਾਂ ਦੇ ਉੱਤੇ ਬੈਨ ਲੱਗਣਾ ਚਾਹੀਦਾ ਵਾ। ਟਰੈਵਲ ਕਰਦੇ ਆ ਉੱਚੀ ਆਵਾਜ਼ 'ਚ ਜਦੋਂ ਗਾਣੇ ਲੱਗੇ ਹੁੰਦੇ ਆ, ਨਾ ਹੌਰਨ ਸੁਣਾਈ ਦਿੰਦਾ ਤੇ ਨਾ ਹੀ ਤੇ ਦੂਸਰਾ ਕੁਝ ਇਸ ਤਰੀਕੇ ਦੀਆਂ ਆਵਾਜ਼ਾਂ ਨਿਕਲਦੀਆਂ, ਆਪ ਨੂੰ ਹਾਰਟ ਅਟੈਕ ਤੇ ਆਉਣਾ, ਜਿਹੜਾ ਨਾਲ ਲੰਘਦਾ ਜਾਂਦਾ ਸੁਣਨ ਵਾਲਾ ਉਹਨੂੰ ਵੀ ਹਾਰਟ ਅਟੈਕ ਆਉਣ ਤੱਕ ਦੀ ਨੌਬਤ ਆਉਂਦੀ ਹੈ। ਐਡੇ ਬੂਫਰ ਵੱਡੇ ਵੱਡੇ ਲਗਾ ਦਿੰਦੇ ਨੇ ਗੱਡੀਆਂ ਦੇ ਵਿੱਚ। ਇਹਦੇ ਤੇ ਕੋਈ ਬਕਾਇਦਾ ਕਾਨੂੰਨ ਬਣ ਕੇ ਇਹ ਜਿੱਥੋਂ ਬਣਦੇ ਨੇ ਉੱਥੇ ਹੀ ਕਾਰਵਾਈ ਹੋਣੀ ਚਾਹੀਦੀ ਹੈ। ਉਸ ਤੋਂ ਬਾਅਦ ਜੇ ਕੋਈ ਇਹਨੂੰ ਲਗਾਉਂਦਾ ਤੇ ਉਹਦੇ ਤੇ ਵੀ ਸਖਤ ਕਾਨੂੰਨ ਆਪਾਂ ਉਡੀਕ ਕਰਦੇ ਹਾਂ। ਕੋਈ ਮੌਤ ਹੋਵੇ ਤੇ ਉਸ ਤੋਂ ਬਾਅਦ ਅਸੀਂ ਇਹਨਾਂ ਚੀਜ਼ਾਂ ਬਾਰੇ ਸੋਚਣਾ ਸ਼ੁਰੂ ਕਰੀਏ। ਇਹ ਬੜੀ ਦੁਖਦਾਈ ਖਬਰ ਆ। ਇਹ ਮੌਤਾਂ ਦੇ ਉੱਤੇ ਇਹੋ ਜਿਹੇ ਕੰਮ ਨਹੀਂ, ਜਿਹੜਾ ਗੈਰ ਕਾਨੂੰਨੀ ਕੰਮ ਆ ਉਹ ਗੈਰ ਕਾਨੂੰਨੀ ਹੋਣਾ ਚਾਹੀਦਾ ਔਰ ਉਹਦੇ ਤੇ ਕਾਨੂੰਨ ਦਾ ਸਕੰਜਾ ਸਖਤੀ ਨਾਲ ਕੱਸਿਆ ਹੋਣਾ ਚਾਹੀਦਾ। ਇਹ ਮੇਰੀ ਤੁਹਾਡੇ ਚੈਨਲ ਨਾਲ ਹੀ ਮੰਗ ਹੈ ਕਿ ਸਰਕਾਰ ਇਹਦੇ ਤੇ ਵੱਡੇ ਤੋਂ ਵੱਡਾ ਐਕਸ਼ਨ ਲੈ ਕੇ ਇਹੋ ਜਿਹੇ ਜਿਹੜੇ ਵੱਡੇ ਵੱਡੇ ਵੂਫਰ ਲਾ ਕੇ ਗੱਡੀਆਂ ਚੱਲਦੀਆਂ ਹਨ ਉਹ ਬੈਨ ਹੋਣੀਆਂ ਚਾਹੀਦੀਆਂ ਨੇ। ਰਜਿੰਦਰ ਮਹਿੰਦਰੂ ਜੀ, ਕਮਰ ਮੰਜ਼ਲ ਜੀ ਕਹਿੰਦੇ ਨੇ ਕਿ ਇਹ ਜਦੋਂ ਤੱਕ ਕੋਈ ਮੌਤ ਨਹੀਂ ਹੋ ਜਾਂਦੀ, ਹਾਦਸਾ ਨਹੀਂ ਹੋ ਜਾਂਦਾ, ਉਦੋਂ ਤੱਕ ਸਰਕਾਰਾਂ ਜਾਗਦੀਆਂ ਨਹੀਂ। ਪਰ ਹੁਣ ਤੇ ਬਲੀ ਲੈ ਲਈ ਗਈ ਹੈ। ਉੱਚੀ ਆਵਾਜ਼ ਦੇ ਸਪੀਕਰਾਂ ਨੇ ਬਜ਼ੁਰਗ ਨੂੰ ਦੀ ਬਲੀ ਲੈ ਲਈ ਹੈ। ਹਾਲਾਂਕਿ ਜਿਹੜਾ ਦੋਸ਼ੀ ਹੈ ਉਹਨੇ ਅਗਲੀ ਸਵੇਰ ਨੂੰ ਜਾ ਕੇ ਪੁਲਿਸ ਦੇ ਕੋਲ ਸਰੈਂਡਰ ਕਰ ਦਿੱਤਾ ਹੈ। ਪਰ ਗੱਲ ਇਹ ਹੈ ਕਿ ਸਿਰਫ ਸਰੈਂਡਰ ਕਰਨ ਦੇ ਨਾਲ ਜਾਂ ਜਿਹੜੀ ਸਜ਼ਾ ਹਾਸਲ ਕਰਨ ਦੇ ਨਾਲ, ਕਿਸੇ ਨੂੰ ਸਜ਼ਾ ਦੇ ਦਿੱਤੇ ਜਾਣ ਦੇ ਨਾਲ ਜਿਹੜਾ ਸਿਸਟਮ ਨਹੀਂ ਸੁਧਰਦਾ। ਸਿਸਟਮ ਨੂੰ ਸੁਧਾਰਨ ਵਾਸਤੇ ਕੀ ਕਰਨ ਦੀ ਜ਼ਰੂਰਤ ਆ, ਕਿਹੜੇ ਕਿਹੜੇ ਕੰਮ ਆ, ਉਹ ਕੌਣ ਕਰੇਗਾ? ਇਹ ਇੱਕ ਸਮੱਸਿਆ ਬਣ ਚੁੱਕੀ ਹੈ। ਆਮ ਵੀ ਦੇਖਦੇ ਹਾਂ ਅਸੀਂ, 2 ਵਿਅਕਤੀ ਗੱਲ ਕਰਦੇ ਜਾ ਰਹੇ ਹੁੰਦੇ, ਸਥਾਨ ਤੇ ਉੱਚੀ, ਬਹੁਤ ਉੱਚੀ ਡੈਕ ਲਗਾ ਕੇ ਸਾਡੇ ਜਿਹੜੇ ਆ ਅੱਜ ਕੱਲ ਦੇ ਨੌਜਵਾਨ ਪੀੜ੍ਹੀ ਜਿਹੜੀ ਆ ਉਹ ਤੁਰੀ ਫਿਰਦੀ ਆ। ਟਰੈਕਟਰਾਂ ਉੱਤੇ ਵੀ ਲੱਗੇ ਹੋਏ ਆ, ਕਾਰਾਂ ਦੇ ਵਿੱਚ ਵੀ ਲੱਗੇ ਹੋਏ ਆ। ਦੇਖਣ ਵਾਲੀ ਗੱਲ ਇਹ ਹੈ ਕਿ ਸਮਝ ਨਹੀਂ ਆਉਂਦੀ ਕਿ ਕਾਰਾਂ ਦੇ ਵਿੱਚ ਔਰ ਟਰੈਕਟਰਾਂ ਦੇ ਐਡੇ ਵੱਡੇ ਬੂਫਰ ਸਪੀਕਰਾਂ ਦੀ, ਹਾਈ ਫ੍ਰੀਕੁਐਂਸੀ ਦੇ ਸਪੀਕਰਾਂ ਦੀ ਜ਼ਰੂਰਤ ਕੀ ਹੁੰਦੀ ਆ? ਤੇ ਇਹਦੇ ਉੱਤੇ ਜਿਹੜੀ ਪੁਲਿਸ ਆ ਉਹ ਤੰਤਰ ਚੁੱਪ ਕਿਉਂ ਰਹਿੰਦਾ? ਉਹਨਾਂ ਤੇ ਕਾਰਵਾਈ ਕਿਉਂ ਨਹੀਂ ਹੁੰਦੀ? ਕਿਵੇਂ ਦੇਖਦੇ ਮਹਿੰਦਰੂ ਜੀ? ਸੰਧੂ ਸਾਹਿਬ, ਇਹ ਬੜੀ ਦੁਖਦਾਈ ਖਬਰ ਹੈ ਜਿਹੜੀ ਕੱਲ ਇੱਕ ਹਾਦਸਾ ਹੋ ਗਿਆ ਅੰਮ੍ਰਿਤਸਰ ਦੇ ਵਿੱਚ, ਔਰ ਉਹ ਆਦਮੀ ਇੱਕ ਸੱਚਾ ਸਮਾਜ ਸੇਵਕ ਸੀ, ਇੱਕ ਵਧੀਆ ਨਾਗਰਿਕ ਸੀ, ਕਿਉਂਕਿ ਉਹ ਮਾਰਵਾੜੀ ਸਮਾਜ ਦੇ ਨਾਲ ਵਾਸਤਾ ਰੱਖਦੇ ਸੀ ਔਰ ਉਹ ਉੱਥੇ ਇੱਕ NGO ਵੀ ਚਲਾਉਂਦੇ ਸੀ ਤੇ ਹੋਰ ਵੀ ਸਮਾਜ ਸੇਵਾ ਦੇ ਜਿਹੜੇ ਆ ਕੰਮਕਾਰ ਜਿਹੜੇ ਉਹ ਕਰਦੇ ਸੀ ਤੇ ਨਾਲ ਦੀ ਨਾਲ ਉਹ ਆਪਣੇ ਪਰਿਵਾਰ ਨੂੰ ਵੀ ਚਲਾਉਂਦੇ ਸੀ। ਤੇ ਇੱਕ ਵਧੀਆ ਇਨਸਾਨ ਜਿਹੜਾ ਆ ਉਹ ਕੱਲ ਇਸ ਲਾਪਰਵਾਹੀ ਦੀ ਬਲੀ ਚੜ ਗਿਆ ਜੀ। ਹੁਣ ਗੱਲ ਸੰਧੂ ਸਾਹਿਬ ਇਹ ਨਹੀਂ ਸਮਝ ਆਉਂਦੀ ਕਿ ਜਿਹੜਾ ਬੰਦਾ ਗੱਡੀ ਚਲਾ ਰਿਹਾ ਹੁੰਦਾ ਹੈ, ਚਾਹੇ ਕਾਰ ਛੋਟੀ ਹੋਵੇ ਜਾਂ ਵੱਡੀ ਹੋਵੇ,
ਅਗਰ ਉਸ ਕਾਰ ਦੇ ਨਾਲ ਕੋਈ ਹਲਕੀ ਜਿਹੀ ਵੀ ਚੀਜ਼ ਟੱਚ ਕਰਦੀ ਆ ਤੇ ਉਸ ਚਲਾਉਣ ਵਾਲੇ ਨੂੰ ਅਹਿਸਾਸ ਹੋ ਜਾਂਦਾ ਹੈ ਕਿ ਮੇਰੀ ਕਾਰ ਦੇ ਨਾਲ ਕੋਈ ਨਾ ਕੋਈ ਚੀਜ਼ ਟੱਚ ਕੀਤੀ ਹੈ, ਤੇ ਉਸ ਬੰਦੇ ਦੀ ਗੱਡੀ ਦੇ ਨਾਲ ਇੱਕ ਬੰਦਾ ਹਿੱਟ ਹੁੰਦਾ ਆ, ਮੰਨ ਲਈ ਚਲੋ ਗਲਤੀ ਹੋ ਗਈ, ਉਸ ਤੋਂ ਬਾਅਦ ਫਿਰ ਉਹ ਬੰਦਾ 2 ਵਾਰ ਉਹਦੇ ਰਾਹੀਂ ਕੁਚਲਿਆ ਜਾਂਦਾ ਹੈ। ਮੈਨੂੰ ਇਹਦੇ ਚੋਂ ਕਿਤੇ ਨਾ ਕਿਤੇ ਕੋਈ ਸਾਜ਼ਿਸ਼ ਦੀ ਬੂ ਆ ਰਹੀ ਹੈ। ਮਤਲਬ ਕਿਤੇ ਮੈਨੂੰ ਇਹ ਲੱਗਦਾ ਹੈ ਕਿ ਕਿਤੇ ਇਹ ਹਾਦਸੇ ਦਾ ਰੂਪ ਦੇ ਕੇ ਕੋਈ ਰੰਜਿਸ਼ ਵਾਲੀ ਗੱਲ ਤਾਂ ਨਹੀਂ ਕੀਤੀ ਗਈ, ਕਿਉਂਕਿ ਨਹੀਂ ਤਾਂ ਕੋਈ ਵੀ ਐਡੀ ਲਾਪਰਵਾਹੀ ਨਹੀਂ ਹੋ ਸਕਦੀ ਕਿ ਵੀ ਕਾਰ ਦੇ ਨਾਲ ਇੱਕ ਬੰਦੇ ਦੀ ਟੱਕਰ ਹੋਵੇ, ਮੰਨ ਲਈ 1 ਵਾਰੀ ਟੱਕਰ ਹੋ ਗਈ, 2 ਵਾਰੀ ਉਹਨੂੰ ਕੁਚਲਿਆ ਜਾਵੇ। ਇਹ ਮੈਨੂੰ ਇੱਕ ਆਮ ਜਿਹੜਾ ਹਾਦਸਾ ਉਹ ਨਜ਼ਰ ਨਹੀਂ ਆ ਰਿਹਾ। ਇਸ ਦੀ ਉੱਥੇ ਦੀ ਲੋਕਲ ਪੁਲਿਸ ਪ੍ਰਸ਼ਾਸਨ ਨੂੰ ਗਹਿਰਾਈ ਦੇ ਨਾਲ ਜਾਂਚ ਕਰਨ ਦੀ ਲੋੜ ਹੈ ਕਿ ਇਹ ਕੀ ਹੈ, ਔਰ ਇਹ ਜਾਂਚ ਹੋਵੇਗੀ ਵੀ, ਕਿਉਂਕਿ ਮਾਰਵਾੜੀ ਸਮਾਜ ਦੇ ਲੋਕ ਵੀ ਇਸ ਪੱਖ ਦੇ ਵਿੱਚ ਸਾਹਮਣੇ ਉਤਰ ਕੇ ਆਏ ਨੇ ਔਰ ਉਹਨਾਂ ਨੇ ਇਸ ਦੀ ਜਾਂਚ ਦੀ ਮੰਗ ਕੀਤੀ ਹੈ। ਹੁਣ ਗੱਲ ਆ ਗਈ ਜਿਹੜੀ ਤੁਸੀਂ ਕਰ ਰਹੇ ਸੀ ਕਿ ਲੋਕ ਐਡੀਆਂ ਉੱਚੀਆਂ ਆਵਾਜ਼ਾਂ ਦੇ ਵਿੱਚ ਸਟੂਡੀਓ ਕਿਉਂ ਚਲਾਉਂਦੇ ਆ। ਮੈਂ ਸਮਝਦਾ ਕਿ ਇਹ ਬਹੁਤ ਵੱਡੀ ਗਲਤ ਗੱਲ ਹੈ, ਕਿਉਂਕਿ ਤੁਸੀਂ ਕਿਤੇ ਕੋਈ ਪ੍ਰੋਗਰਾਮ ਰੱਖਿਆ ਉਹਦੇ ਵਿੱਚ ਡੀਜੇ ਚੱਲ ਰਿਹਾ ਤਾਂ ਉਹ ਇੱਕ ਠੀਕ ਹੈ ਗੱਲ, ਲੇਕਿਨ ਕਾਰ ਇੱਕ ਤੁਸੀਂ ਸਫ਼ਰ ਕਰਨ ਦੇ ਲਈ ਰੱਖੀ ਆ। ਕਾਰ ਦੇ ਵਿੱਚ ਅਗਰ ਤੁਸੀਂ ਇੰਨੀ ਉੱਚੀ ਆਵਾਜ਼ ਦੇ ਵਿੱਚ ਮਿਊਜ਼ਿਕ ਸੁਣੋਗੇ ਤਾਂ ਤੁਹਾਨੂੰ ਪਿਛਲੀ ਕੋਈ ਵੀ ਚੀਜ਼ ਦਾ ਪਤਾ ਨਹੀਂ ਲੱਗੇਗਾ, ਹੌਰਨ ਨਹੀਂ ਪਤਾ ਲੱਗੇਗਾ, ਆਲੇ ਦੁਆਲੇ ਤੁਹਾਡੇ ਕੀ ਹੋ ਰਿਹਾ, ਕੌਣ ਲੰਘ ਰਿਹਾ ਉਹ ਨਹੀਂ ਪਤਾ ਲੱਗੇਗਾ। ਉਸ ਦੇ ਵਿੱਚ ਹਾਦਸਾ ਹੋਣ ਦੇ ਚਾਂਸ ਜਿਹੜੇ ਆ ਉਹ ਕਈ ਗੁਣਾ ਜ਼ਿਆਦਾ ਹੋ ਜਾਂਦੇ ਆ। ਤੇ ਮੈਂ ਸਮਝਦਾ ਕਿ ਸਰਕਾਰ ਤੇ ਲੋਕਲ ਪ੍ਰਸ਼ਾਸਨ ਨੂੰ ਤਾਂ ਇਸ ਦੇ ਵਿੱਚ ਸਖਤੀ ਵਰਤਣ ਦੀ ਲੋੜ ਹੈ ਹੀ, ਲੋਕਾਂ ਨੂੰ ਵੀ ਜਾਗਰੂਕ ਹੋਣ ਦੀ ਲੋੜ ਹੈ ਕਿ ਹਲਕਾ ਫੁਲਕਾ ਮਿਊਜ਼ਿਕ ਅਗਰ ਤੁਸੀਂ ਲਗਾਉਂਦੇ ਹੋ ਤੁਹਾਨੂੰ ਕਿਤੇ ਨੀਂਦ ਨਾ ਆਵੇ ਜਾਂ ਕਿਤੇ ਲੰਬੇ ਸਫ਼ਰ ਦੇ ਵਿੱਚ ਤੁਹਾਡਾ ਸਮੇਂ ਪਾਸ ਹੋ ਜਾਏ, ਅਗਰ ਤੁਹਾਡੇ ਨਾਲ ਕੋਈ ਨਹੀਂ ਹੈ ਤਾਂ ਉੱਥੇ ਤੱਕ ਕਾਰਾਂ ਦੇ ਵਿੱਚ ਗੱਡੀਆਂ ਦੇ ਵਿੱਚ ਜਾਇਜ਼ ਹੈ, ਲੇਕਿਨ ਉਸ ਮਿਊਜ਼ਿਕ ਨੂੰ ਤੁਸੀਂ ਬਹੁਤ ਹਾਈ ਲੈਵਲ ਦੇ ਉੱਤੇ ਉੱਚੀ ਲਾਊਡਲੀ ਸੁਣਦੇ ਹੋ ਤੇ ਉਹ ਲੋਕਾਂ ਲਈ ਵੀ ਨੁਕਸਾਨਦੇਹ ਆ ਤੇ ਸਾਡੇ ਲਈ ਵੀ ਨੁਕਸਾਨਦੇਹ ਹੋ ਸਕਦਾ ਹੈ। ਤੇ ਇਸ ਕਰਕੇ ਇਹਨਾਂ ਚੀਜ਼ਾਂ ਦੇ ਉੱਤੇ ਲੋਕਲ ਪ੍ਰਸ਼ਾਸਨ ਨੂੰ ਵੀ ਔਰ ਲੋਕਾਂ ਨੂੰ ਵੀ ਜਾਗਰੂਕ ਹੋ ਕੇ ਕਾਰਵਾਈਆਂ ਕਰਨ ਦੀ ਜ਼ਰੂਰਤ ਹੈ। ਜੀ ਕਮਰ ਮੰਜ਼ਲ ਜੀ, 2 ਗੱਲਾਂ 2 ਪੁਆਇੰਟ ਰਜਿੰਦਰ ਮਿੰਦਰੂ ਜੀ ਨੇ ਰੱਖੇ ਨੇ। ਇੱਕ ਤਾਂ ਇਹ ਰੱਖਿਆ ਕਿ ਹੋ ਸਕਦਾ ਕਿਸੇ ਸਾਜ਼ਿਸ਼ ਦਾ ਹਿੱਸਾ ਹੋਵੇ, ਪਰ ਦੂਜੇ ਪਾਸੇ ਮਿੰਦਰੂ ਜੀ ਇਹ ਕਹਿੰਦੇ ਵੀ ਨਜ਼ਰ ਆ ਰਹੇ ਨੇ ਕਿ ਜਦੋਂ ਤੁਸੀਂ ਬਹੁਤ ਜ਼ਿਆਦਾ ਉੱਚੀ ਆਵਾਜ਼ ਦੇ ਵਿੱਚ ਕੋਈ ਚੀਜ਼ ਲਗਾਉਂਦੇ ਹੋ ਤੁਹਾਨੂੰ ਬਹੁਤ ਸਾਰੀਆਂ ਆਵਾਜ਼ਾਂ ਸੁਣਦੀਆਂ ਨੇ। ਜਿਵੇਂ ਦੱਸਿਆ ਜਾਂਦਾ ਕਿ ਗੱਡੀ ਬੈਕ ਹੁੰਦੀ ਹੈ ਤੇ ਅਲਾਰਮ ਗੱਡੀ ਦਾ ਜ਼ਰੂਰ ਵੱਜ ਪੈਂਦਾ ਟੂ ਟੂ, ਲੇਕਿਨ ਉਹ ਤੇ ਤਾਂ ਹੀ ਸੁਣੇਗੀ ਨਾ ਜੇ ਆਲੇ ਦੁਆਲੇ ਦੀਆਂ ਜਿਹੜੀਆਂ ਆਵਾਜ਼ਾਂ ਨੇ ਵਿੱਚ ਡੈਕ ਜਿਹੜਾ ਉਹ ਬੂਫਰ ਜਿਹੜੇ ਜ਼ਿਆਦਾ ਉੱਚੀ ਆਵਾਜ਼ 'ਚ ਨਹੀਂ ਵੱਜਦੇ। ਕੀ ਇੱਕ ਇਹ ਵੀ ਕਾਰਨ ਹੋ ਸਕਦਾ ਕਿ ਉੱਚੀ ਆਵਾਜ਼ ਜਿਹੜੀ ਹੈ ਉਹ ਜਾਨ ਦਾ ਜੋਖਮ ਬਣੀ ਹੈ, ਜਾਂ ਕਿਸ ਤਰ੍ਹਾਂ ਹਾਦਸਾ ਹੁੰਦਾ, ਕਿਵੇਂ ਦੇਖਦੇ ਹੋ? ਸੰਧੂ ਸਾਹਿਬ, ਜਾਂਚ ਦਾ ਵਿਸ਼ੇ ਹੈ, ਪੁਲਿਸ ਕੋਲ ਕੇਸ ਚਲਾ ਗਿਆ ਵਾ, FIR ਦਰਜ ਹੋ ਗਈ, 304A ਦਾ ਪਰਚਾ ਦਰਜ ਉਸ ਲੜਕੇ ਤੇ ਕਰ ਦਿੱਤਾ ਗਿਆ ਵਾ, ਉਹਨੇ ਸਰੈਂਡਰ ਵੀ ਕਰ ਦਿੱਤਾ। ਉਹ ਜਾਂਚ ਦੇ ਵਿੱਚ ਇਹ ਚੀਜ਼ਾਂ ਦੇ ਸਾਹਮਣੇ ਆ ਹੀ ਜਾਣਗੀਆਂ। ਪਰ ਜਿੱਥੋਂ ਤੱਕ ਮੈਂ ਇਸ ਚੀਜ਼ ਨੂੰ ਦੇਖਦਾ ਵਾਂ, ਜੇ ਵੂਫਰ ਵੱਡੇ ਲੱਗੇ, ਬੈਸ ਟਿਊਬ ਲੱਗਦੀ ਅੱਜ ਕੱਲ ਗੱਡੀਆਂ ਦੇ ਵਿੱਚ, ਜੇ ਉਹ ਲੱਗੀ ਹੋਵੇ ਤੇ ਉਹਨੂੰ ਪਤਾ ਹੀ ਕੋਈ ਨਹੀਂ ਲੱਗਾ ਵੀ ਮੇਰੇ ਪਿੱਛੇ ਆ ਗਿਆ ਤੇ ਉਹ ਪਿੱਛੇ ਕਰ ਦਿੱਤੀ ਗੱਡੀ ਦੇ, ਬੈਕ ਕਰਦਾ ਥੱਲੇ ਕੁਚਲ ਦਿੱਤਾ ਤੇ ਮੁੜ ਕੇ ਹੜਬੜਾ ਹੜ ਦੇ ਵਿੱਚ ਉਹਨੇ ਜਦੋਂ ਅੱਗੇ ਨੂੰ ਗੱਡੀ ਵਧਾਈ ਤੇ ਦੁਬਾਰਾ ਫਿਰ ਉਹਦੇ ਉੱਤੇ ਟਪਾ ਦਿੱਤੀ। ਜੋ ਮੈਂ ਮਹਿਸੂਸ ਕਰ ਰਿਹਾ ਇਸ ਤਰ੍ਹਾਂ ਦੀ ਕੋਈ ਹਰਕਤ ਹੋ ਸਕਦੀ ਹੈ। ਬਾਕੀ ਇਹਨੂੰ ਵੀ ਡਿਨਾਈ ਨਹੀਂ ਕੀਤਾ ਜਾ ਸਕਦਾ ਕਿ ਸਾਜ਼ਿਸ਼ ਵੀ ਹੋ ਸਕਦੀ ਹੈ, ਕਿਉਂਕਿ ਗੁਆਂਢੀ ਦੇ ਹੈਗੇ ਸੀ ਇੱਕ ਦੂਜੇ ਦੇ, ਹੋ ਸਕਦਾ ਕੋਈ ਲਾਗ ਡਾਟ ਹੋਵੇ ਉਹਨਾਂ ਦੀ ਆਪਸ ਦੇ ਵਿੱਚ। ਤੇ ਬਟ ਮੇਜਰ ਜਿਹੜਾ ਕਾਰਨ ਜਿਹੜਾ ਅਸੀਂ ਦੇਖਦੇ ਪਏ ਆ ਉਹ ਇਹੋ ਹੀ ਆ ਕਿ ਜਿਹੜਾ ਵੱਡੀ ਆਵਾਜ਼ ਦੇ ਵਿੱਚ, ਉੱਚੀ ਆਵਾਜ਼ ਦੇ ਵਿੱਚ ਮਿਊਜ਼ਿਕ ਲੱਗਾ ਸੀਗਾ, ਉਹ ਡੈਕ ਚੱਲ ਰਿਹਾ ਸੀ ਉਹਦੇ ਵਿੱਚ, ਤੇ ਉਹਦੀ ਆਵਾਜ਼ ਦੇ ਪ੍ਰਦੂਸ਼ਣ ਦੇ ਤਹਿਤ ਉਹਨੂੰ ਪਤਾ ਹੀ ਨਹੀਂ ਲੱਗਾ ਕਿ ਮੇਰੇ ਨਾਲ ਹਿੱਟ ਕੌਣ ਕੀਤਾ, ਮੈਂ ਉਹਦੇ ਉੱਤੋਂ ਗੱਡੀ ਟਪਾ ਕਿਵੇਂ ਦਿੱਤੀ ਹੈ ਤੇ ਫਿਰ ਵਾਪਸ ਕੱਢ ਲਈ। ਤੇ ਇਹ ਚੀਜ਼ ਕਾਰਨ ਜਿਹੜੇ ਹੁਣ ਤੱਕ ਸਾਹਮਣੇ ਆਏ ਨੇ। ਬਾਕੀ ਜਾਂਚ ਦਾ ਵਿਸ਼ਾ ਹੈ, ਪੁਲਿਸ ਜਾਂਚ ਕਰਕੇ 1-2 ਦਿਨਾਂ 'ਚ ਸਾਰੀ ਦੁੱਧ ਪਾਣੀ ਦਾ ਪਾਣੀ। ਬਿਲਕੁਲ ਜੀ, ਇਹਦੇ ਵਿੱਚ ਇੱਕ ਥੋੜਾ ਜਿਹਾ ਇੱਕ ਠੀਕ ਹੈ ਗਲਤੀ ਕੀਤੀ ਹੈ ਜਾਂ ਗਲਤੀ ਹੋਈ ਹੈ ਵਿਅਕਤੀ ਕੋਲੋਂ, ਪਰ ਨਾਲ ਦੀ ਨਾਲ ਗੱਲ ਹੈ ਵੀ ਉਹ ਜਦੋਂ ਗੱਡੀ ਚੜ ਗਈ ਹੈ ਉਹਨੂੰ ਪਤਾ ਲੱਗਦਾ ਤੇ ਉਸ ਤੋਂ ਬਾਅਦ ਉਹਨੂੰ ਗੱਡੀ ਦੇ ਵਿੱਚ ਪਾ ਕੇ ਹਸਪਤਾਲ ਵੀ ਵਿਅਕਤੀ ਲੈ ਕੇ ਜਾਂਦਾ ਹੈ। ਪਰ ਜਦੋਂ ਹਸਪਤਾਲ ਵਿੱਚ ਉਹਨੂੰ ਰਾਤ ਨੂੰ ਲੱਗਦਾ ਕਿ ਇਹਦੀ ਹਾਲਤ ਜ਼ਿਆਦਾ ਖਰਾਬ ਹੈ, ਕੋਈ ਜਾਂ ਉਹਦੀ ਮੌਤ ਹੋ ਜਾਂਦੀ, ਉਸ ਤੋਂ ਬਾਅਦ ਫਿਰ ਉਹ ਮੌਕੇ ਤੋਂ ਫਰਾਰ ਹੋ ਜਾਂਦਾ ਤੇ ਸਵੇਰੇ ਉਹ ਜਾ ਕੇ ਸਰੈਂਡਰ ਕਰਦਾ। ਤੇ ਲੇਕਿਨ ਇਹ ਸਵਾਲ ਬੜਾ ਵੱਡਾ ਸਾਡੇ ਅੱਗੇ ਖੜਾ ਕਰ ਗਈ ਹੈ। ਸਾਡੇ ਮਾਪਿਆਂ ਨੂੰ ਵੀ ਵਿਚਾਰਨਾ ਪਏਗਾ ਕਿ ਉਹਨਾਂ ਦੇ ਬੱਚੇ ਅਗਰ ਇਸ ਤਰ੍ਹਾਂ ਦੇ ਉੱਚੀ ਉੱਚੀ ਡੀਜੇ ਲਗਾਉਂਦੇ ਨੇ ਔਰ ਇਸ ਤਰ੍ਹਾਂ ਦੇ ਜਿਹੜੇ ਹਾਈ ਵੂਫਰ ਨੇ ਗੱਡੀ ਦੇ ਵਿੱਚ ਲੱਗੇ ਨੇ, ਔਰ ਇਹ ਜਿਵੇਂ ਮਹਿੰਦਰੂ ਜੀ ਕਹਿ ਰਹੇ ਸੀ ਕਿ ਜੇ ਰੋਡ ਦੇ ਉੱਤੇ ਜਾ ਰਿਹਾ ਆਸਤਾ ਆਵਾਜ਼ ਲੱਗਿਆ ਤੇ ਕੋਈ ਗੱਲ ਨਹੀਂ,
ਪਰ ਮੈਨੂੰ ਇਹ ਲੱਗਦਾ ਕਿ ਮਹੱਲੇ ਦੇ ਅੰਦਰ ਇਹ ਤਾਂ ਇੱਕ ਫੁਕਰਪਣਾ ਹੋਇਆ। ਔਰ ਅੱਧੀ ਰਾਤ ਨੂੰ ਤੁਸੀਂ ਅਗਰ ਉੱਚੀ ਵੂਫਰ ਲਗਾ ਕੇ ਚੱਲਦੇ ਹੋ ਤੇ ਇਸ ਦਾ ਮਤਲਬ ਇਹ ਹੈ ਕਿ ਤੁਸੀਂ ਬਹੁਤ ਹੀ ਵੱਡੀ ਜਿਹੜੀ ਆ ਉਹ ਅਣਗਹਿਲੀ ਕਰ ਰਹੇ ਹੋ। ਤੁਹਾਨੂੰ ਦੂਜਿਆਂ ਦੇ ਹਿੱਤਾਂ ਦੀ, ਉਹਨਾਂ ਦੇ ਸੁੱਖਾਂ ਦੀ, ਕਿਸੇ ਦੀ ਨੀਂਦ ਦੀ, ਤੁਹਾਨੂੰ ਕਿਸੇ ਚੀਜ਼ ਦੀ ਕੋਈ ਪਰਵਾਹ ਨਹੀਂ ਹੈ। ਸੋ ਲੱਗਦਾ ਕਿ ਇਹ ਸਾਰੇ ਪੱਖ ਜਿਹੜੇ ਆ ਇਹ ਜ਼ਰੂਰ ਜਿਹੜੀ ਜਾਂਚ ਟੀਮ ਆ ਉਹ ਆਪਣੇ ਧਿਆਨ 'ਚ ਰੱਖੇਗੀ ਔਰ ਇਹਦਾ ਜਿਹੜਾ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਸਾਡੇ ਸਾਹਮਣੇ ਆਏਗਾ। ਇਹ ਕ੍ਰਾਈਮ ਇਸ ਤਰ੍ਹਾਂ ਦੇ ਜਿਹੜੇ ਆ ਲਗਾਤਾਰ ਅੱਗੇ ਵਧਦੇ ਜਾਂਦੇ ਨੇ ਤੇ ਇਸੇ ਤਰ੍ਹਾਂ ਦਾ ਇੱਕ ਕ੍ਰਾਈਮ ਹੁੰਦਾ ਜੀ ਲੋਕਾਂ ਦੇ ਕੋਲੋਂ, ਕਹਿੰਦੇ ਜੀ ਇੱਕ ਪਰਲ ਗਰੁੱਪ ਸੀਗਾ। ਪਰਲ ਗਰੁੱਪ ਨੇ ਲੋਕਾਂ ਨਾਲ ਬੜੀਆਂ ਵੱਡੀਆਂ ਠੱਗੀਆਂ ਮਾਰੀਆਂ ਸੀ ਤੇ ਬੜੇ ਸਾਲ ਹੋ ਗਏ ਨੇ, ਲੰਬਾ ਅਰਸਾ ਬੀਤ ਗਿਆ ਤੇ ਇਸ ਲੰਬੇ ਅਰਸੇ ਦੌਰਾਨ ਪਿੱਛੇ ਸਰਕਾਰਾਂ ਵੀ ਕਈ ਪਾਰਟੀਆਂ ਨੇ ਆਲੀਆਂ ਪਰ ਕਾਰਵਾਈ ਨਹੀਂ ਹੋਈ। ਇਹ ਸ਼ਾਇਦ ਪਹਿਲੀ ਵਾਰੀ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੈ ਪਰਲ ਗਰੁੱਪ ਦੀਆਂ ਜਾਇਦਾਦਾਂ ਨੂੰ ਵੇਚ ਕੇ ਲੋਕਾਂ ਨੂੰ ਮੁਆਵਜ਼ਾ ਦੇਣ ਦਾ ਉਹਨਾਂ ਨੇ ਐਲਾਨ ਕੀਤਾ। ਕਹਿੰਦੇ ਉਹਨਾਂ ਦੀ ਜਾਇਦਾਦ ਦੀ ਪਛਾਣ ਜਿਹੜੀ ਕਰ ਲਈ ਗਈ ਹੈ ਜਿਹੜਾ ਪ੍ਰਸ਼ਾਸਨਾਂ ਦੇ ਰਾਹੀਂ ਤੇ ਛੇਤੀ ਉਹਨਾਂ ਨੂੰ ਵੇਚ ਕੇ ਤੇ ਉਹਦਾ ਜਿਹੜਾ ਮੁਆਵਜ਼ਾ ਜਿਹੜਾ ਬਣਦਾ ਜਿਨ੍ਹਾਂ ਦੇ ਪੀੜਤ ਲੋਕ ਨੇ ਉਹਨਾਂ ਨੂੰ ਵੰਡਿਆ ਜਾਊਗਾ। ਕਿਵੇਂ ਦੇਖਦੇ ਹੋ ਕਮਰ ਮੰਜ਼ਲ ਜੀ? ਸੰਧੂ ਸਾਹਿਬ, ਪਰਲ ਗਰੁੱਪ ਵਰਗੀਆਂ ਬਹੁਤ ਜ਼ਿਆਦਾ ਕੰਪਨੀਆਂ ਨੇ ਜਿਨ੍ਹਾਂ ਨੇ ਇਸ ਤਰ੍ਹਾਂ ਦੇ ਫਰੋਡ ਕੀਤੇ ਨੇ। ਚਲੋ ਇੱਕ ਚੰਗੀ ਸ਼ੁਰੂਆਤ ਹੋਣ ਜਾ ਰਹੀ ਆ। ਲੋਕਾਂ ਦੀ ਹੱਕ ਹਲਾਲ ਦੀ ਕਮਾਈ ਇਹ ਲੋਕ ਜਦੋਂ ਆਪਣੇ ਸਕੰਜੇ 'ਚ ਲੈ ਕੇ ਤੇ ਧੋਖਾ ਕਰ ਜਾਂਦੇ ਨੇ ਤੇ ਲੋਕ ਜਿਹੜਾ ਨਾ ਉਹਨਾਂ ਦਾ ਜੀਣਾ ਹਰਾਮ ਹੋ ਜਾਂਦਾ ਤੇ ਕਈ ਸਾਲਾਂ ਤੋਂ ਪੈਂਡਿੰਗ ਦੇਰ ਨਾਲ ਲਿਆ ਗਿਆ ਵਧੀਆ ਫੈਸਲਾ ਆ। ਲੋਕਾਂ ਨੂੰ ਉਹਨਾਂ ਦੇ ਹੱਕ ਮਿਲਣੇ ਚਾਹੀਦੇ ਹਨ। ਹੱਕ ਹਲਾਲ ਦੀਆਂ ਕਮਾਈਆਂ ਲੋਕਾਂ ਦੀਆਂ ਫਸੀਆਂ ਪਈਆਂ ਨੇ ਤੇ ਜੇ ਸਰਕਾਰਾਂ ਇਸ ਤਰ੍ਹਾਂ ਦੇ ਉਪਰਾਲੇ ਕਰਨ ਤੇ ਇਹ ਲੋਕ ਭਲੇ ਦੀ ਗੱਲ ਹੈ ਤੇ ਮੈਂ ਇਹਦੀ ਸ਼ਲਾਘਾ ਕਰਦਾ ਵਾਂ। ਇਹ ਚੰਗਾ ਕੰਮ ਆ। ਇਸੇ ਤਰ੍ਹਾਂ ਜਿਹੜੇ ਬਾਕੀ ਵੀ ਨੇ ਉਹਨਾਂ ਦੇ ਵੀ ਇਸੇ ਤਰ੍ਹਾਂ ਦੀ ਹੀ ਕਾਰਵਾਈ ਹੋਣੀ ਚਾਹੀਦੀ ਆ। ਔਰ ਇਹ ਇੱਕ ਨਹੀਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਤੁਹਾਨੂੰ ਪੰਜਾਬ 'ਚ ਲੱਭ ਜਾਣਗੇ ਜਿਨ੍ਹਾਂ ਨੇ ਇਸ ਤਰ੍ਹਾਂ ਦੇ ਫਰੋਡ ਕੀਤੇ ਨੇ। ਤੇ ਚਲੋ ਇੱਕ ਚੰਗੀ ਸ਼ੁਰੂਆਤ ਹੈ, ਇੱਕ ਤੋਂ ਹੋਈ ਹੈ ਤੇ ਆਪੇ 10 ਤੱਕ 20 ਤੱਕ 100 ਤੱਕ ਵੀ ਪਹੁੰਚੇਗੀ ਤੇ ਇਹ ਇੱਕ ਚੰਗਾ ਉਪਰਾਲਾ ਆ। ਔਰ ਬੜੀ ਮਿਹਨਤ ਨਾਲ ਲੋਕਾਂ ਨੇ ਦਿਨ ਰਾਤ ਇੱਕ ਕਰਕੇ ਆਪਣੀ ਜ਼ਿੰਦਗੀ ਭਰ ਦੀਆਂ ਪੂੰਜੀਆਂ ਇਹਨਾਂ ਲੋਕਾਂ ਨੂੰ ਫੜਾ ਦਿੱਤੀਆਂ ਤੇ ਇਹ ਲੋਕ ਫਰੋਡ ਕਰਕੇ ਤੇ ਮੁੜ ਕੇ ਭੱਜ ਗਏ। ਤੇ ਅੱਜ ਜੇ ਸਰਕਾਰ ਇਹ ਫੈਸਲਾ ਲਿਆ ਵਾ ਵੀ ਉਹਨਾਂ ਦੀਆਂ ਪ੍ਰਾਪਰਟੀਆਂ ਨੂੰ ਜ਼ਬਤ ਕਰਕੇ ਉਹਨਾਂ ਨੂੰ ਨਿਸ਼ਾਨਦੇਹੀ ਕਰਕੇ ਉਹਨਾਂ ਨੂੰ ਵੇਚ ਕੇ ਪੰਜਾਬ ਸਰਕਾਰ ਜਿਹੜੀ ਅੱਗੋਂ ਜਿਹੜੇ ਲੋਕਾਂ ਦੇ ਬਣਦੇ ਹੱਕ ਉਹਨਾਂ ਨੂੰ ਦੇਵੇਗੀ, ਇਹ ਇੱਕ ਚੰਗਾ ਉਪਰਾਲਾ ਹੈ ਜੀ। ਚੰਗਾ ਉਪਰਾਲਾ ਹੈ ਪਰ ਨਾਲ ਦੀ ਨਾਲ ਸਮਾਜ ਦੀਆਂ ਸਮੱਸਿਆਵਾਂ ਦੀ ਗੱਲ ਕਰਦੇ ਹਾਂ। ਅਸੀਂ ਵਿਸ਼ਵਾਸ ਵੀ ਬੜੀ ਤੇਜ਼ੀ ਨਾਲ ਕਰ ਰਹੇ ਨੇ ਕਿਸੇ ਤੇ। ਔਰ ਜਿਹੜਾ ਸ਼ਾਤਰ ਵਿਅਕਤੀ ਹੁੰਦਾ ਹੈ ਉਹ ਚਿਕਨੀ ਚੋਪੜੀਆਂ ਗੱਲਾਂ ਹੀ ਇੰਨੀਆਂ ਕਰ ਲੈਂਦਾ ਕਿ ਦੂਜੇ ਵਿਅਕਤੀ ਨੂੰ ਪੂਰਾ ਉੱਤੇ ਵਿਸ਼ਵਾਸ ਹੋ ਜਾਂਦਾ ਤੇ ਧੋਖੇਧਾਰੀ ਜਿਹੜੀ ਹੈ ਉਹ ਲਗਾਤਾਰ ਚੱਲਦੀ ਰਹਿੰਦੀ ਹੈ। ਤੇ ਇਹਨਾਂ ਹੀ ਨਹੀਂ, ਨਾਲ ਦੀ ਨਾਲ ਦੂਜੇ ਪਾਸੇ ਜਿਹਦੀ ਨੌਜਵਾਨ ਪੀੜ੍ਹੀ ਦੀ ਆਪਾਂ ਗੱਲ ਕਰ ਰਹੇ ਸੀ ਮਹਿੰਦਰੂ ਜੀ, ਗੱਲ ਆਪਾਂ ਕਰ ਰਹੇ ਸੀਗੇ ਕਿ ਗੱਡੀਆਂ ਦੇ ਵਿੱਚ ਉੱਚੀ ਆਵਾਜ਼ ਵਿੱਚ ਡੀਜੇ ਵਗੈਰਾ ਲਾਉਣੇ। ਪਰ ਇੱਕ ਹੋਰ ਬੜੀ ਵੱਡੀ ਸਮੱਸਿਆ ਜਿਹੜੀ ਸਾਡੇ ਸਾਹਮਣੇ ਆ ਰਹੀ ਹੈ ਉਹ ਹੈ ਨਸ਼ਿਆਂ ਦੀ। ਇੱਕ ਲਾਸ਼ ਮਿਲੀ ਹੈ ਡਰੇਨ ਦੇ ਕਿਨਾਰੇ ਤੋਂ, ਬੰਡੀ ਉਂਗਲਾਂ ਵਾਲੀ। ਉਹਦਾ ਥਾਣਾ ਵੈਰੋਕਾ ਦੇ ਵਿੱਚ ਪਿੰਡ ਪੈਂਦਾ ਇੱਕ, ਉੱਥੇ ਇੱਕ ਲਾਸ਼ ਮਿਲੀ ਹੈ ਕਿਸੇ ਨੌਜਵਾਨ ਦੀ। ਕਹਿੰਦੇ ਉਹਦੇ ਗਰਦਨ ਦੇ ਉੱਤੇ ਲਿਖਿਆ ਹੋਇਆ ਪਲੇ ਬॉय ਟੈਟੂ ਬਣਿਆ ਹੋਇਆ ਤੇ ਬਾਹਾਂ ਉੱਤੇ ਲਿਖਿਆ ਹੋਇਆ ਪੈਸਾ ਪਿਆਰ ਨਸ਼ਾ। ਹਾਲੇ ਤੱਕ ਲਾਸ਼ ਦੀ ਪਛਾਣ ਨਹੀਂ ਹੋਈ। ਕੀ ਲੱਗਦਾ ਕੀ ਕਹਿੰਦੇ ਨੇ ਇਹ ਸਮੀਕਰਨ ਜਿਹੜੇ ਉਹਦੀ ਧੌਣ ਦੇ ਉੱਤੇ ਔਰ ਬਾਂਹ ਦੇ ਉੱਤੇ ਲਿਖੇ ਹੋਏ ਨੇ, ਇਹ ਕਿਹੋ ਜਿਹੀ ਮਾਨਸਿਕਤਾ ਦਾ ਸ਼ਿਕਾਰ ਜਿਹੜਾ ਵਿਅਕਤੀ ਹੋਏਗਾ ਜਿਹਦੀ ਇਹ ਲਾਸ਼? ਮਹਿੰਦਰ ਜੀ। ਸੰਧੂ ਸਾਹਿਬ, ਮੈਨੂੰ ਇਹ ਲੱਗਦਾ ਹੈ ਕਿ ਇਹ ਜਿਸ ਨੌਜਵਾਨ ਦੀ ਲਾਸ਼ ਮਿਲੀ ਹੈ ਉਹ ਜਾਂ ਤਾਂ ਬਹੁਤ ਹੀ ਮਤਲਬ ਤੇਜ਼ੀ ਦੇ ਨਾਲ ਔਰ ਦੁਨੀਆ ਨੂੰ ਆਪਣੇ ਤਰੀਕੇ ਨਾਲ ਚਲਾਉਣ ਦੀ ਕੋਸ਼ਿਸ਼ ਕਰਨ ਵਾਲਿਆਂ ਦੇ ਵਿੱਚੋਂ ਇੱਕ ਲੱਗਦਾ ਹੈ। ਜਿਸ ਤਰ੍ਹਾਂ ਆਪਾਂ ਕਹਿ ਲੈਂਦੇ ਨਾ ਸਾਈਕੋ ਟਾਈਪ ਦੇ ਲੋਕ, ਉਸ ਤਰ੍ਹਾਂ ਦਾ ਵਿਅਕਤੀ ਜਿਹੜਾ ਆ ਉਹ ਜਾਪਦਾ ਹੈ। ਬਾਕੀ ਹੋ ਸਕਦਾ ਹੈ ਕਿ ਮੈਂ ਗਲਤ ਵੀ ਹੋਵਾਂ, ਕਿਉਂਕਿ ਇਹ ਚੀਜ਼ਾਂ ਦਾ ਮੁਜ਼ਾਹਰਾ ਕਰਨਾ, ਜਿਸ ਤਰ੍ਹਾਂ ਗਰਦਨ ਦੇ ਉੱਤੇ ਉਸਨੇ ਟੈਟੂ ਦੇ ਨਾਲ ਲਿਖਵਾਇਆ ਹੋਇਆ ਸੀ ਪਲੇ ਬॉय, ਫਿਰ ਬਾਂਹ ਦੇ ਉੱਤੇ ਲਿਖਿਆ ਹੋਇਆ ਪੈਸਾ ਪਿਆਰ ਨਸ਼ਾ। ਸੋ ਇਹ ਉਹ ਚੀਜ਼ਾਂ ਜਿਹੜੀਆਂ ਮਤਲਬ ਇੱਕ ਕੋਈ ਸੁਲਝਿਆ ਹੋਇਆ ਆਦਮੀ ਇਸ ਤਰ੍ਹਾਂ ਦੀਆਂ ਗੱਲਾਂ ਦੇ ਉੱਤੇ ਵਿਚਾਰ ਤਾਂ ਜ਼ਰੂਰ ਕਰਦਾ ਹੈ, ਚਿੰਤਨ ਤਾਂ ਜ਼ਰੂਰ ਕਰਦਾ ਹੈ, ਪਰ ਉਸ ਨੂੰ ਇਸ ਤਰ੍ਹਾਂ ਦਿਖਾਵਾ ਲਿਆ ਕੇ ਨਹੀਂ ਕਰਦਾ। ਤੇ ਦੂਸਰਾ, ਜਿਸ ਤਰ੍ਹਾਂ ਉਸ ਦੀ ਇਲਾਕੇ ਦੇ ਵਿੱਚ ਕੋਈ ਪਹਿਚਾਣ ਨਹੀਂ ਹੋ ਸਕੀ ਤੇ
ਉਹ ਵੀ ਸਮਝ ਤੋਂ ਬਾਹਰ ਹੈ ਕਿ ਵੀ ਉਹ ਇਲਾਕੇ ਦਾ ਵਸਿੰਦਾ ਸੀ ਜਾਂ ਕਿਤੇ ਬਾਹਰੋਂ ਲਿਆ ਕੇ ਕਿਸੇ ਨੇ ਉੱਥੇ ਉਹਨੂੰ ਸੁੱਟ ਦਿੱਤਾ। ਤੇ ਮੈਂ ਸਮਝਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਕਲੀਅਰ ਹੋ ਪਾਏਗਾ ਕਿ ਉਹ ਲਾਸ਼ ਕਿਸ ਨੌਜਵਾਨ ਦੀ ਹੈ ਔਰ ਉਹਦਾ ਪਿਛੋਕੜ ਕੀ ਹੈ ਔਰ ਇਹ ਉਸ ਦੀ ਜਿਹੜੀ ਮੌਤ ਹੋਈ ਉਸ ਦੇ ਕੀ ਕਾਰਨ ਹਨ। ਇਸ ਨੂੰ ਥੋੜਾ ਜਿਹਾ ਸਮਾਂ ਲੱਗੇਗਾ, ਲੋਕਲ ਪੁਲਿਸ ਪ੍ਰਸ਼ਾਸਨ ਇਸ ਨੂੰ ਕਲੀਅਰ ਜ਼ਰੂਰ ਕਰੇਗਾ। ਪਰ ਗੱਲ ਕਰੀਏ ਜੇ ਨਸ਼ੇ ਦੀ, ਕਿ ਅਗਰ ਉਹ ਨਸ਼ੇ ਦੇ ਨਾਲ ਉਸ ਦੀ ਮੌਤ ਹੋਈ ਹੈ ਤਾਂ ਇਹ ਹਜੇ ਵੀ ਪੰਜਾਬ ਦੇ ਵਿੱਚ ਇੱਕ ਬਹੁਤ ਵੱਡੀ ਗੰਭੀਰ ਸਮੱਸਿਆ ਹੈ, ਕਿਉਂਕਿ ਹੋਰ ਵੀ ਕਈ ਗੱਲਾਂ ਹੁਣ ਤੁਹਾਡੇ ਸਾਹਮਣੇ ਜਲਦੀ ਆਣਗੀਆਂ। ਤੁਸੀਂ ਦੇਖ ਰਹੇ ਹੋ ਕਿ ਲੋਕਾਂ ਦੀਆਂ ਕਈ ਇਲਾਕਿਆਂ ਦੇ ਵਿੱਚ ਮੌਤ ਹੋ ਰਹੀ ਆ, ਕਈ ਇਲਾਕਿਆਂ ਦੇ ਵਿੱਚ ਲੋਕਾਂ ਨੂੰ ਬਹੁਤ ਸਾਰੀਆਂ ਨਸ਼ੇ ਦੇ ਕਾਰਨ ਮੁਸ਼ਕਲਾਂ ਆ ਰਹੀਆਂ। ਤੇ ਮੈਂ ਸਮਝਦਾ ਕਿ ਪੰਜਾਬ ਸਰਕਾਰ ਨੂੰ ਸਾਰੇ ਕੰਮਾਂ ਦੇ ਨਾਲੋਂ ਪਹਿਲ ਦੇ ਆਧਾਰ ਤੇ ਨਸ਼ੇ ਨੂੰ ਜੜ ਤੋਂ ਪੁੱਟਣ ਦਾ ਜਿਹੜਾ ਵਾਅਦਾ ਸੀ ਉਸ ਦੇ ਉੱਤੇ ਕੰਮ ਕਰਨ ਦੇ ਲਈ ਤੇਜ਼ੀ ਦੇ ਨਾਲ ਕੰਮ ਕਰਨਾ ਚਾਹੀਦਾ ਹੈ, ਤਾਂ ਕਿ ਲੋਕਾਂ ਨੂੰ ਸੱਚੀ ਮੁੱਚੀ ਨਸ਼ਾ ਮੁਕਤ ਪੰਜਾਬ ਜਿਹੜਾ ਹੈ ਉਹ ਮਿਲ ਸਕੇ। ਤਾਂ ਹੀ ਫਿਰ ਪੁਲਿਸ ਪ੍ਰਸ਼ਾਸਨ ਨੂੰ ਵੀ ਔਰ ਆਮ ਲੋਕਾਂ ਨੂੰ ਵੀ ਵਧੀਆ ਸਮਾਜ ਜਿਹੜਾ ਮਿਲ ਸਕੇਗਾ ਪੰਜਾਬ ਦੇ ਵਿੱਚ, ਤੇ ਹੱਸਦਾ ਖੇਡਦਾ ਪੰਜਾਬ ਤਾਂ ਹੀ ਬਣੇਗਾ। ਮੈਂ ਸਮਝਦਾ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ, ਮਾਨਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਨੂੰ ਚਾਹੀਦਾ ਕਿ ਆਪਣੇ ਨੁਮਾਇੰਦਿਆਂ ਦੇ ਥਰੂ ਨਸ਼ੇ ਨੂੰ ਜੜੋਂ ਪੁੱਟਣ ਦੇ ਲਈ ਜਿੰਨੀ ਤੇਜ਼ੀ ਨਾਲ ਹੋ ਸਕਦਾ ਕੰਮ ਕਰਨਾ ਚਾਹੀਦਾ। ਬਿਲਕੁਲ ਜੀ ਕਮਰ ਮੰਜ਼ਲ ਜੀ, ਇਹਦੇ ਨਾਲ ਇੱਕ ਹੋਰ ਨਾਲ ਤੁਹਾਨੂੰ ਮੁੱਦਾ ਦੇ ਦੇਣਾ, ਇਹਦੇ ਨਾਲ ਦਾ ਨਸ਼ਿਆਂ ਨਾਲ ਜੁੜਿਆ ਮਾਮਲਾ ਹੈ। ਨਸ਼ਿਆਂ ਦੀ ਦਲਦਲ ਵਿੱਚ ਨੌਜਵਾਨ ਇੰਨੇ ਧਸ ਚੁੱਕੇ ਨੇ। ਇੱਕ ਨਾਲ ਹੀ ਖਬਰ ਹੋਰ ਅਖਬਾਰ 'ਚ ਛਪੀ ਹੋਈ ਹੈ ਕਿ ਨਸ਼ੇ ਤੋਂ ਬਚਾਉਣ ਵਾਸਤੇ ਇੱਕ ਪਰਿਵਾਰ ਨੇ ਆਪਣੇ 20 ਸਾਲਾਂ ਦੇ ਜਿਹੜਾ ਬੇਟਾ ਆ ਉਹਨੂੰ ਬੇੜੀਆਂ 'ਚ ਜਕੜ ਲਿਆ, ਉਹਦੇ ਲੱਤ ਨੂੰ ਬੇੜੀ ਲਾਤੀ ਆ, ਸੰਗਲ ਬੰਨ੍ਹ ਦਿੱਤਾ ਤਾਂ ਕਿ ਇਹ ਬਾਹਰ ਹੀ ਨਾ ਜਾਵੇ। ਜਦੋਂ ਬਾਹਰ ਜਾਂਦਾ ਫਿਰ ਇਹ ਨਸ਼ਾ ਕਰਕੇ ਇਹ ਖਰਾਬੀ ਕਰਦਾ। ਕਿੱਥੋਂ ਤੱਕ ਹਾਲਾਤ ਪਹੁੰਚ ਗਏ ਕਿ ਮਾਪਿਆਂ ਨੂੰ ਆਪਣੇ ਬੱਚਿਆਂ ਨੂੰ ਬੇੜੀਆਂ ਪੈਣ ਵਾਲੀਆਂ ਪੈ ਰਹੀਆਂ ਨੇ ਔਰ ਟੈਟੂ ਲਿਖ ਕੇ ਬੱਚਾ ਜਾ ਰਿਹਾ, ਉਹਦੇ ਸਾਫ਼ ਲਿਖਿਆ ਹੋਇਆ ਉਹਦੇ ਤੇ ਮਾਂ-ਬਾਪ ਜਿਹੜੇ ਬੇਵਸ ਨੇ। ਜਿਹੜੀਆਂ 3 ਬੁਰਾਈਆਂ ਦੱਸੀਆਂ ਨੇ, ਪਹਿਲੀ ਗੱਲ ਰਾਤੋਂ ਰਾਤ ਅਮੀਰ ਬਣਨ ਦੇ ਸੁਪਨੇ ਜਿਹੜੇ ਬੱਚੇ ਲੈਂਦੇ ਨੇ ਕਿ ਪੈਸਾ ਕਮਾ ਲਈਏ ਰਾਤੋਂ ਅਮੀਰ ਹੋ ਜਾਈਏ। ਦੂਜਾ ਪਿਆਰ ਦਾ ਵੀ ਇੱਕ ਐਸਾ ਨਸ਼ਾ ਹੈ ਕਿ ਜਿਹੜਾ ਕਿਸੇ ਦੇ ਪਿਆਰ ਵਿੱਚ ਪੈ ਕੇ ਬੰਦਾ ਵੱਡੇ ਤੋਂ ਵੱਡਾ ਕ੍ਰਾਈਮ ਕਰਨ ਤੱਕ ਚਲਾ ਜਾਂਦਾ। ਤੇ ਤੀਜਾ ਨਸ਼ਾ ਆਪਣੇ ਆਪ 'ਚ ਜਿਹੜੀ ਬੜੀ ਵੱਡੀ ਸਮੱਸਿਆ ਹੈ। ਜਿਨ੍ਹਾਂ ਨੌਜਵਾਨਾਂ ਦੀਆਂ ਬਾਹਾਂ ਦੇ ਉੱਤੇ ਇਸ ਤਰ੍ਹਾਂ ਦੇ ਟੈਟੂ ਲਿਖੇ ਹੋਏ ਨੇ, ਨਾਲ ਜਿਹੜਾ ਪਲੇ ਬॉय ਦਾ ਅਰਥ ਵੀ ਤੁਸੀਂ ਦੱਸੋਗੇ, ਤੇ ਨਾਲ ਪੈਸਾ, ਪਿਆਰ ਤੇ ਨਸ਼ਾ, ਕੀ ਇਹ ਓਵਰਡੋਜ਼ ਦਾ ਕਾਰਨ ਵੀ ਹੋ ਸਕਦਾ? ਤੇ ਜਿਹੜਾ 20-20 ਸਾਲ ਦੇ ਬੱਚੇ ਅਗਰ ਅਸੀਂ ਪੰਜਾਬ ਦੇ ਵਿੱਚ ਇਸ ਤਰ੍ਹਾਂ ਸੰਗਲਾਂ ਨਾਲ ਜੰਜੀਰਾਂ 'ਚ ਬੰਨ੍ਹ ਕੇ ਰੱਖਣ ਦੀ ਜ਼ਰੂਰਤ ਨੌਬਤ ਆ ਗਈ ਹੈ, ਤੇ ਕਿਵੇਂ ਦੇਖਦੇ ਹੋ ਮੌਜੂਦਾ ਹਾਲਾਤ ਨੂੰ, ਪੰਜਾਬ ਸਰਕਾਰ ਦੀ ਕਾਰਗੁਜ਼ਾਰੀ? ਸੰਧੂ ਸਾਹਿਬ, ਬਹੁਤ ਵੱਡੀ ਚਿੰਤਾ ਦਾ ਵਿਸ਼ੇ ਆ ਔਰ ਮੈਂ ਇਹ ਸਮਝਦਾ ਕਿ ਅੱਜ ਤੱਕ ਸਿਰਫ ਇਹਦੇ ਤੇ ਗੱਲਾਂ ਹੋਈਆਂ ਨੇ, ਐਕਸ਼ਨ ਨਹੀਂ ਹੋ ਸਕਿਆ। ਬੜੇ ਵੱਡੇ ਐਕਸ਼ਨ ਦੀ ਜ਼ਰੂਰਤ ਹੈ। ਮੈਂ ਆਪਣੇ ਸਾਥੀ ਪੈਨਲਿਸਟ ਮਹਿੰਦਰੂ ਜੀ ਦੀ ਗੱਲ ਨਾਲ ਪੂਰੀ ਤਰ੍ਹਾਂ ਸਹਿਮਤ ਹਾਂ ਕਿ ਇਹਦੇ ਉੱਤੇ ਬਹੁਤ ਵੱਡੇ ਐਕਸ਼ਨ ਦੀ ਜ਼ਰੂਰਤ ਹੈ। ਸਰਕਾਰਾਂ ਗੱਲਾਂ ਨਾ ਕਰਦੇ ਹੋਏ ਇਹਦੇ ਤੇ ਕੰਮ ਕਰਨ। ਸੰਧੂ ਸਾਹਿਬ, ਮੈਂ ਐਗਜ਼ਾਮਪਲ ਦੇ ਦਿੰਦਾ, ਸਾਡੇ ਇੱਥੇ ਗੋਲਡਨ ਟੈਂਪਲ ਏਡੀ ਪਾਕ ਪਵਿੱਤਰ ਜਗ੍ਹਾ, ਉਹਦੇ ਸਰਾਊਂਡਿੰਗ ਤੁਹਾਨੂੰ ਮੈਂ 50 ਬੰਦੇ ਕਰਾ ਦਾਂਗੇ ਜਿਹੜੇ ਸ਼ਰੇਆਮ ਨਸ਼ਾ ਵੇਚਦੇ ਨੇ। ਔਰ ਇੱਕ ਸਭ ਤੋਂ ਵੱਡੀ ਦੁਖਦਾਈ ਘਟਨਾ ਹੈ ਵੀ ਅੱਜ ਕੱਲ ਕੁੜੀਆਂ, ਨਿੱਕੀਆਂ ਨਿੱਕੀਆਂ ਕੁੜੀਆਂ ਇਸ ਕੰਮ ਦੇ ਵਿੱਚ ਬੜੀ ਤੇਜ਼ੀ ਨਾਲ ਅੱਗੇ ਵਧ ਰਹੀਆਂ, ਨਸ਼ੇ ਵੀ ਕਰ ਰਹੀਆਂ ਔਰ ਨਸ਼ੇ ਵੇਚ ਵੀ ਰਹੀਆਂ ਨੇ। ਪਾਰਟਿਕੂਲਰ ਏਰੀਏ ਨੇ ਜਿੱਥੇ ਪਰਮਾਨੈਂਟ ਨਸ਼ਾ ਵਿਕਦਾ ਵਾ, ਪਰ ਲੇਕਿਨ ਸਾਡੀਆਂ ਸਰਕਾਰਾਂ ਉੱਥੇ ਬੁਰੀ ਤਰ੍ਹਾਂ ਫੇਲ ਨਜ਼ਰ ਆਉਂਦੀਆਂ ਨੇ। ਲੋਕ ਹੋਕੇ ਦਿੰਦੇ ਨੇ ਵੀ ਇੱਥੇ ਨਸ਼ੇ ਵਿਕਦੇ ਆ, ਪਰ ਲੇਕਿਨ ਲੋਕਾਂ ਨੂੰ ਪੁਲਿਸ ਦਾ ਸਾਥ ਨਹੀਂ ਮਿਲ ਪਾਉਂਦਾ। ਇਹ ਬੜੀ ਦੁਖਦਾਈ ਔਰ ਬੜੀ ਚਿੰਤਾ ਦਾ ਵਿਸ਼ਾ ਹੈ। ਮੇਰੇ ਹਿਸਾਬ ਦੇ ਨਾਲ, ਮੈਂ ਜਿਸ ਤਰ੍ਹਾਂ ਭਾਈ ਸਾਹਿਬ ਨੇ ਕਿਹਾ ਕਿ ਸਾਨੂੰ ਸਾਰੇ ਕੰਮ ਛੱਡ ਕੇ, ਇਹ ਸਾਡੀ ਬ੍ਰੇਨ ਡਰੇਨ ਹੈ, ਸਾਡੀ ਜਵਾਨੀ ਆ, ਪੰਜਾਬ ਦਾ ਆਉਣ ਵਾਲਾ ਭਵਿੱਖ ਆ ਜਿਹੜਾ ਪੂਰੀ ਤਰ੍ਹਾਂ ਬਿਮਾਰ ਮਾਨਸਿਕਤਾ ਵੱਲ ਨੂੰ ਵਧ ਰਿਹਾ। ਔਰ ਜੇ ਇਹ ਜਿਹੜੀ ਟੈਟੂ ਆਪਾਂ ਕਰ ਰਹੇ ਆ, ਪਲੇ ਬॉय ਤੇ ਪਿਆਰ, ਨਸ਼ਾ ਤੇ ਜਵਾਨੀ, ਜੇ ਉਹ ਜੋ ਵੀ ਲਿਖਿਆ, ਇਹ ਸਿਰਫ ਤੇ ਸਿਰਫ ਇੱਕ ਬਿਮਾਰ ਮਾਨਸਿਕਤਾ ਦੀ ਨਿਸ਼ਾਨੀ ਆ। ਮਤਲਬ ਕਿ ਇਹ ਮੈਂ ਅਲਫਾਜ਼ ਨਹੀਂ ਮੇਰੇ ਕੋਲ ਹੈਗੇ ਵੀ ਇਹਨੂੰ ਕਿਸ ਤਰ੍ਹਾਂ ਆਪਾਂ ਵੀ ਜਿੰਨੀ ਇਹਦੀ ਨਿੰਦਾ ਕੀਤੀ ਜਾਵੇ ਘੱਟ ਆ। ਪਰ ਇਹਦੇ ਤੇ ਸਰਕਾਰਾਂ ਸਿਰਫ ਬਿਆਨਬਾਜ਼ੀ ਛੱਡ ਕੇ ਕੰਮ ਕਰਕੇ ਦਿਖਾਉਣ। ਇਹ ਨਸ਼ਾ ਜੜੋਂ ਪੁੱਟਣ ਦੀ ਗੱਲ ਹਰ ਪਾਰਟੀ ਨੇ ਅੱਜ ਤੱਕ ਕੀਤੀ ਆ। ਚਲੋ ਇਹ ਬਦਲਾਅ ਵਾਲੇ ਨਵੇਂ ਆਏ ਸੀ ਕਿ ਲੋਕਾਂ ਨੂੰ ਬੜੀਆਂ ਉਮੀਦਾਂ ਸੀਗੀਆਂ, ਪਰ ਲੇਕਿਨ ਮੈਂ ਤੁਹਾਨੂੰ ਦੱਸ ਦਿੰਦਾ ਕਿ ਨਸ਼ੇ ਦਾ ਕਾਰੋਬਾਰ ਅੱਗੇ ਨਾਲੋਂ ਵੀ ਵੱਧ ਚੁੱਕਾ ਹੈ। ਜਿਹੜਾ ਕਿ ਅੱਗੇ ਥੋੜਾ ਬਹੁਤਾ ਔਖੇ ਸੌਖੇ ਹੋ ਕੇ ਕੰਮ ਹੁੰਦੇ ਸੀ, ਹੁਣ ਬੜੇ
ਫਰਾਕ ਦਿਲੀ ਨੇ, ਔਰ ਸ਼ਰੇਆਮ ਇਹ ਕੰਮ ਨਸ਼ੇ ਵਿਕ ਰਹੇ ਨੇ। ਬਕਾਇਦਾ ਪਾਰਟਿਕੂਲਰ ਪੁਆਇੰਟ ਨੇ ਜਿੱਥੇ ਉਹ ਨਸ਼ੇ ਵੇਚਦੇ ਨੇ, ਪਰ ਮੈਨੂੰ ਇਹ ਸਮਝ ਨਹੀਂ ਲੱਗ ਰਹੀ ਵੀ ਕੀ ਚੱਲ ਕੀ ਰਿਹਾ ਵਾ। ਇਹ ਬਹੁਤ ਮਾੜੀ ਗੱਲ ਹੈ। ਪੰਜਾਬ ਦੀ ਜਵਾਨੀ ਜੇ ਜੰਜੀਰਾਂ 'ਚ ਬੰਨ੍ਹ ਕੇ ਅਸੀਂ ਰੱਖਣੀ ਆ ਤੇ ਅਸੀਂ ਕਿੱਥੋਂ ਭਵਿੱਖ ਚੰਗੇ ਦੀ ਆਸ ਕਰ ਸਕਦੇ ਹਾਂ? ਕਿੱਥੋਂ ਆਸ ਕਰਦੇ ਆ? ਪੰਜਾਬ ਦਾ ਹੋਣੀ ਚਾਹੀਦੀ। ਬਿਲਕੁਲ ਜੀ, ਬਿਲਕੁਲ ਧੁੰਦਲਾ ਹੀ ਨਜ਼ਰ ਆ ਰਿਹਾ। ਇਹੋ ਜਿਹੀਆਂ ਘਟਨਾਵਾਂ ਨੂੰ ਦੇਖ ਕੇ ਸੁਣ ਕੇ ਤੇ ਕਿਤੇ ਨਾ ਕਿਤੇ ਲੱਗਦਾ ਕਿ ਪੰਜਾਬ ਦੀ ਤਾਂ ਅੱਜ ਉਹ ਹਾਲਾਤ ਹੋ ਗਈ ਹੈ ਜਵਾਨੀ ਦੀ, ਕਹਿੰਦੇ ਦਰਦ ਵੜਦਾ ਹੀ ਗਿਆ ਜਿਉਂ ਜਿਉਂ ਦਵਾ ਕੇ। ਤੋ ਇਹ ਜਿਉਂ ਇਹਦਾ ਇਲਾਜ ਕਰਨ ਦੀ ਕੋਸ਼ਿਸ਼ ਜਿਹੜੀ ਆ ਸਰਕਾਰਾਂ ਕਰ ਰਹੀਆਂ ਨੇ, ਇਹ ਮਰਜ਼ ਜਿਹੜੀ ਆ ਲਗਾਤਾਰ ਵੱਧਦੀ ਜਾ ਰਹੀ ਹੈ। ਔਰ ਸੱਚਮੁੱਚ ਤੁਹਾਡੀ ਜਿਹੜੀ ਗੱਲ ਆ ਉਹਦੇ ਨਾਲ ਮੈਂ ਵੀ ਇਸ ਗੱਲੋਂ ਸਹਿਮਤ ਹਾਂ ਕਿ ਅੱਜ ਉਹ ਸਮਾਂ ਆ ਗਿਆ ਕਿ ਇਹਦੇ ਵਾਸਤੇ ਇੱਕ ਵਿਸ਼ੇਸ਼ ਆਪਰੇਸ਼ਨ ਚਲਾਉਣ ਦੀ ਜ਼ਰੂਰਤ ਹੈ, ਜਿਹਦੇ ਵਿੱਚ ਜਿਹੜੇ ਨਸ਼ਾ ਵੇਚਣ ਵਾਲੇ ਉਹਨਾਂ ਨੂੰ ਹੀ ਰੋਕਣ ਦੀ ਜ਼ਰੂਰਤ ਨਹੀਂ, ਉਹਦੇ ਨਾਲ ਦੇ ਨਾਲ ਜਿਹੜੇ ਨਸ਼ੇ ਦੇ ਆਦੀ ਲੋਕ ਨੇ ਉਹਨਾਂ ਦਾ ਵੀ ਸਹੀ ਢੰਗ ਨਾਲ ਇਲਾਜ ਹੋ ਜਾਵੇ। ਉਹਨਾਂ ਨੂੰ ਨਸ਼ਾ ਛਡਾਊ ਕੇਂਦਰਾਂ ਦੇ ਵਿੱਚ ਰੱਖ ਕੇ ਉਹਨਾਂ ਦਾ ਪ੍ਰੋਪਰ ਜਿਹੜਾ ਇਲਾਜ ਕੀਤਾ ਜਾਵੇ। ਇਹਦੀ ਬਹੁਤ ਵੱਡੀ ਯੋਜਨਾ ਤਿਆਰ ਕਰਕੇ ਘਰ ਘਰ ਤੱਕ ਪਹੁੰਚਾਣੀ ਬਣਦੀ ਹੈ, ਕਿਉਂਕਿ ਨਹੀਂ ਤਾਂ ਜਿਹੜੀਆਂ ਸਮੱਸਿਆਵਾਂ ਨੇ ਸਾਡੇ ਸਮਾਜ ਦੀਆਂ, ਇਹ ਸਾਡੇ ਸਮਾਜ ਵਾਸਤੇ, ਇਹਦੇ ਭਵਿੱਖ ਵਾਸਤੇ ਘਾਤਕ ਨੇ। ਬਾਅਦ ਵਿੱਚ ਅਸੀਂ ਸਰਕਾਰਾਂ ਦੇ ਇਕੱਲੇ ਇਲਜ਼ਾਮ ਸੁੱਟ ਕੇ ਸੁਰਖਰੂ ਹੋਣ ਦੀ ਕੋਸ਼ਿਸ਼ ਕਰਦੇ ਹਾਂ ਤੇ ਮੈਨੂੰ ਲੱਗਦਾ ਕਿਤੇ ਨਾ ਕਿਤੇ ਸਾਡਾ ਵੀ ਜਿਹੜਾ ਸਮਾਜ ਵਿੱਚ ਰਹਿਣ ਵਾਲੇ ਲੋਕ ਨੇ, ਜਾਗਰੂਕ ਲੋਕ ਨੇ, ਉਹਨਾਂ ਦਾ ਵੀ ਇਹ ਫਰਜ਼ ਬਣਦਾ ਕਿ ਉਹ ਏਦਾਂ ਦੇ ਜਿਹੜੇ ਮਸਲੇ ਨੇ ਉਹਨਾਂ ਨੂੰ ਹੱਥ ਵਿੱਚ ਲੈਣ। ਜਿਵੇਂ ਅਸੀਂ ਆਪਣੇ ਪ੍ਰੋਗਰਾਮਾਂ ਦੇ ਵਿੱਚ ਕੋਸ਼ਿਸ਼ ਕਰਦੇ ਹੁੰਦੇ ਹਾਂ ਕਿ ਜਿਹੜੀਆਂ ਸਮਾਜ ਦੀਆਂ ਸਮੱਸਿਆਵਾਂ ਨੇ ਉਹਨਾਂ ਦੇ ਵੱਲ ਧਿਆਨ ਆਕਰਸ਼ਿਤ ਜ਼ਰੂਰ ਕਰੀਏ। ਤੇ ਮੈਨੂੰ ਲੱਗਦਾ ਕਿ ਪੰਜਾਬ ਸਰਕਾਰ ਜਿਸ ਤਰੀਕੇ ਨਾਲ ਕੰਮ ਕਰ ਰਹੀ ਹੈ, ਕਈ ਮਾਮਲੇ ਨੇ ਜਿਨ੍ਹਾਂ ਨੂੰ ਕਾਫੀ ਹੱਲ ਕਰਨ ਵਾਸਤੇ ਤੇਜ਼ੀ ਨਾਲ ਵੱਧ ਰਹੀ ਹੈ। ਸਿਹਤ ਦੀ ਗੱਲ ਕਰਦੇ ਹਾਂ, ਸਿਹਤ ਦੇ ਵਿੱਚ ਜਿਵੇਂ ਮੁਹੱਲਾ ਕਲੀਨਿਕ ਦਾ ਕੰਸੈਪਟ ਲੈ ਕੇ ਆਂਦਾ, ਕੋਸ਼ਿਸ਼ ਕੀਤੀ ਹੈ ਕਿ ਉਹਨਾਂ ਨੇ ਇੱਕ ਨਵੇਕਲੇ ਢੰਗ ਨਾਲ ਲੋਕਾਂ ਨੂੰ ਮੁਫਤ ਟੈਸਟਾਂ ਦੀ ਜਾਂ ਇਲਾਜ ਦੀ ਜਿਹੜੀ ਸਹੂਲਤ ਦਿੱਤੀ ਜਾ ਸਕੇ। ਤੇ ਨਾਲ ਦੀ ਨਾਲ ਸਿੱਖਿਆ ਖੇਤਰ ਦੇ ਵਿੱਚ ਵੀ ਕਿਸੇ ਨਵੇਂ ਕ੍ਰਾਂਤੀ ਦੀ ਖੁਸ਼ਬੂ ਆਉਣੀ ਸ਼ੁਰੂ ਹੋ ਗਈ। ਸੂਬੇ ਦੇ ਕਹਿੰਦੇ ਸਰਕਾਰੀ ਜਿਹੜੇ ਸਕੂਲ ਆ ਉਹਨਾਂ ਦੀ ਜਿਹੜੀ ਆ ਪਾਲਿਸੀ ਹੈ ਤੇ ਇਨਫਰਾਸਟ੍ਰਕਚਰ ਹੈ, ਉਹ ਕਹਿੰਦੇ ਪ੍ਰਾਈਵੇਟ ਸਕੂਲਾਂ ਨਾਲੋਂ ਵੀ ਬਿਹਤਰ ਕਰੂਗੀ ਸਰਕਾਰ। ਇਹ ਮੰਤਰੀ ਸਾਹਿਬ ਦਾ ਬਿਆਨ। ਕਹਿੰਦੇ ਪੰਜਾਬ ਵਿੱਚ ਨਵੀਂ ਐਜੂਕੇਸ਼ਨ ਪਾਲਿਸੀ ਦੀ ਯੋਜਨਾ ਜਿਹੜੀ ਹੈ ਸਰਕਾਰ ਨੇ ਉਹਦੇ ਵਾਸਤੇ ਐਡਵਾਈਜ਼ਰੀ ਕਮੇਟੀ ਬਣਾ ਦਿੱਤੀ ਹੈ, ਜਿਹਦੇ ਚ 5 ਪ੍ਰਿੰਸੀਪਲ ਨੇ, 7 ਸਿੱਖਿਆ ਦੇ ਮਾਹਰ ਨੇ, ਜਿਹੜੇ ਕਿ ਇਹ ਸੁਝਾਅ ਦੇਣਗੇ ਕਿ ਸਿੱਖਿਆ ਨੀਤੀ ਕਿੱਦਾਂ ਦੀ ਹੋਵੇ। ਲੱਗਦਾ ਕਿਹੜੇ ਪਾਸੇ ਨੂੰ ਗੱਲ ਵੱਧ ਰਹੀ ਹੈ? ਮਿੰਦਰੂ ਜੀ ਕਿਵੇਂ ਦੇਖਦੇ ਹੋ? ਸੰਧੂ ਸਾਹਿਬ, ਪੰਜਾਬ ਦੇ ਵਿੱਚ ਜਦੋਂ ਤੋਂ ਸੱਤਾ ਦੇ ਵਿੱਚ ਆਮ ਆਦਮੀ ਪਾਰਟੀ ਆਈ ਹੈ, ਉਹਨਾਂ ਨੇ ਕੋਸ਼ਿਸ਼ਾਂ ਤਾਂ ਕਾਫੀ ਕਰ ਰਹੇ ਨੇ ਕਿ ਅਸੀਂ ਇੱਕ ਪੰਜਾਬ ਨੂੰ ਸਿਹਤਮੰਦ ਪੰਜਾਬ ਬਣਾਉਣ ਦੇ ਲਈ ਵਧੀਆ ਸਿਹਤ ਸਹੂਲਤਾਂ ਦਈਏ, ਐਜੂਕੇਸ਼ਨ ਵਧੀਆ ਦੇਣ ਦੇ ਲਈ ਅਸੀਂ ਵਧੀਆ ਉਪਰਾਲੇ ਕਰੀਏ। ਪਰ ਗੱਲ ਇਹ ਹੈ ਕਿ ਸਮਾਂ ਬਹੁਤ ਘੱਟ ਹੈ। ਆਮ ਆਦਮੀ ਪਾਰਟੀ ਦੇ ਕੋਲ ਮਾਤਰ 5 ਸਾਲ ਦਾ ਸਮਾਂ ਹੈ, ਜਿਸ ਦੇ ਵਿੱਚ ਲਗਭਗ 1.25 ਸਾਲ ਦਾ ਸਮਾਂ ਬੀਤ ਚੁੱਕਿਆ। ਸੋ ਇਹਨਾਂ ਨੂੰ ਬਹੁਤ ਤੇਜ਼ੀ ਦੇ ਨਾਲ ਇਹ ਉਪਰਾਲੇ ਕਰਨੇ ਪੈਣਗੇ ਔਰ ਉਹਨਾਂ ਨੂੰ ਸਿਰੇ ਲਗਾਉਣਾ ਪਏਗਾ ਔਰ ਲੋਕਾਂ ਨੂੰ ਕੁਝ ਕਰਕੇ ਦਿਖਾਉਣਾ ਪਏਗਾ। ਨਹੀਂ ਤਾਂ ਜੇ ਇਸੇ ਤਰ੍ਹਾਂ ਅਸੀਂ ਐਕਸਪਰਟਸ ਦੀਆਂ ਰਾਏ ਲੈਂਦੇ ਹੋਏ ਔਰ ਪਲੈਨਿੰਗ ਕਰਦੇ ਹੋਏ ਅਗਰ ਲਗਭਗ 2.5 ਤੋਂ 3 ਸਾਲ ਦਾ ਸਮਾਂ ਬੀਤ ਜਾਂਦਾ ਹੈ ਤਾਂ ਫਿਰ ਅੱਗੇ ਕਰਨ ਨੂੰ ਕੁਝ ਨਹੀਂ ਰਹਿ ਜਾਏਗਾ। ਸੋ ਇਸ ਕਰਕੇ ਜ਼ਰੂਰੀ ਨਹੀਂ ਹੈ ਕਿ ਸਾਨੂੰ ਇਨਫਰਾਸਟ੍ਰਕਚਰ ਬਦਲਣ ਦੀ ਲੋੜ ਹੈ, ਸਾਨੂੰ ਜ਼ਰੂਰਤ ਹੈ ਨੀਤੀ ਬਦਲਣ ਦੀ, ਸਾਨੂੰ ਜ਼ਰੂਰਤ ਹੈ ਨੀਅਤ ਬਦਲਣ ਦੀ। ਤੇ ਜਿਸ ਤਰ੍ਹਾਂ ਪੰਜਾਬ ਸਰਕਾਰ ਨੇ, ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਸ਼ੁਰੂ ਤੋਂ ਹੀ ਕਿਹਾ ਸੀ ਕਿ ਅਸੀਂ ਕੱਟੜ ਇਮਾਨਦਾਰ ਹਾਂ ਔਰ ਅਸੀਂ ਪੰਜਾਬ ਨੂੰ ਖੁਸ਼ਹਾਲ ਪੰਜਾਬ ਬਣਾਵਾਂਗੇ, ਕਰਪਸ਼ਨ ਫ੍ਰੀ ਪੰਜਾਬ ਬਣਾਵਾਂਗੇ, ਸਿਹਤਮੰਦ ਪੰਜਾਬ ਬਣਾਵਾਂਗੇ। ਉਹਨਾਂ ਚੀਜ਼ਾਂ ਦੇ ਉੱਤੇ ਤੇਜ਼ੀ ਦੇ ਨਾਲ ਕੰਮ ਕਰਕੇ ਇਸ ਨੂੰ ਬਣਾਉਣ ਦੀ ਲੋੜ ਹੈ ਬਸ ਹੁਣ, ਤਾਂ ਕਿ ਜਲਦੀ ਤੋਂ ਜਲਦੀ ਇਸ ਦੇ ਵੱਲ ਵਧਿਆ ਜਾਵੇ, ਤਾਂ ਹੀ ਪੰਜਾਬ ਜਿਹੜਾ ਖੁਸ਼ਹਾਲ ਪੰਜਾਬ ਬਣੇਗਾ। ਕੰਵਰ ਬੰਸਲ ਜੀ, ਆਪਾਂ ਅਗਲੀ ਖਬਰ ਵੱਲ ਵਧਦੇ ਹਾਂ ਕਿਉਂਕਿ ਤੁਸੀਂ ਬੀਜੇਪੀ ਨਾਲ ਜੁੜੇ ਹੋ ਤੇ ਖਬਰ ਵੀ ਬੀਜੇਪੀ ਨਾਲ ਸੰਬੰਧਿਤ ਹੈ। ਖਬਰ ਆਈ ਹੈ ਕਿ ਭਾਜਪਾ ਨੇ ਆਪਣਾ ਮਿਸ਼ਨ 2024 ਜਿਹੜਾ ਤੈਅ ਕਰ ਲਿਆ, 3 ਰੀਜਨ ਦੇ ਵਿੱਚ ਵੰਡ ਲਿਆ ਉਹਨੇ ਪੂਰੇ ਦੇਸ਼ ਨੂੰ, ਜਿਹਦੇ ਵਿੱਚ ਨਾਰਥ ਵਿੱਚ ਕਹਿੰਦੇ ਉੱਤਰ ਭਾਰਤ ਦੇ ਜਿਹੜੇ ਸੂਬੇ ਨੇ ਉਹ ਚ ਹਿੰਦੂਤਵ ਦੀ ਗੱਲ ਨੂੰ ਪ੍ਰਮੋਟ ਕਰੇਗੀ ਬੀਜੇਪੀ। ਜਦ ਪੂਰਬ ਉੱਤਰ ਦੀ ਗੱਲ ਕਰਦੇ ਆ ਤੇ ਵਿਕਾਸ ਜਿਹੜਾ ਮੁੱਖ ਏਜੰਡਾ ਹੋਏਗਾ, ਤੇ ਸਾਊਥ ਵਾਸਤੇ ਵੀ ਵੱਖਰੀ ਨੀਤੀ ਤੈਅ ਕਰ ਲਈ ਹੈ। ਤੇ ਗੱਲ ਇੱਕ ਹੋਰ ਵੀ ਬੜੀ ਦਿਲਚਸਪ ਹੈ, ਪੰਜਾਬ ਉਹਨਾਂ 4 ਸੂਬਿਆਂ ਦੇ ਵਿੱਚ ਸ਼ਾਮਲ ਹੈ ਪੂਰੇ ਦੇਸ਼ ਦੇ ਵਿੱਚੋਂ ਜਿੱਥੋਂ ਦੀ ਰਣਨੀਤੀ ਤੈਅ ਕਰਨ ਲਈ ਜਿਹੜੀ ਹੈ ਮਗਜ ਖਪਾਈ ਬੜੀ ਕਰਨੀ ਪੈ ਰਹੀ ਹੈ ਬੀਜੇਪੀ ਨੂੰ।
4 ਸੂਬੇ ਨੇ, ਜੰਮੂ ਕਸ਼ਮੀਰ, ਮਹਾਰਾਸ਼ਟਰ, ਪੰਜਾਬ ਤੇ ਆਪਣਾ ਪ੍ਰਧਾਨ ਮੰਤਰੀ ਉਹਨਾਂ ਦੀ ਆਪਣੀ ਸਟੇਟ ਗੁਜਰਾਤ। ਇਹਨਾਂ 4 ਸੂਬਿਆਂ ਦੇ ਵਿੱਚ ਕਿਹੜੀ ਰਣਨੀਤੀ ਹੋਵੇ, ਇਹ ਹਲੇ ਬੀਜੇਪੀ ਤੈਅ ਨਹੀਂ ਕਰ ਪਾਈ। ਕਿਵੇਂ ਦੇਖਦੇ ਹੋ, ਇਹ ਕਿੱਥੋਂ ਆ ਗਏ ਇੰਨੇ ਆਈਡੀਏ, ਕੀ ਕਾਰਨ ਆ? ਪੂਰੇ ਦੇਸ਼ ਵਿੱਚ ਇੱਕ ਨੀਤੀ ਕਿਉਂ ਨਹੀਂ ਲੈ ਕੇ ਜਾ ਪਾ ਰਹੀ ਬੀਜੇਪੀ? ਸੰਧੂ ਸਾਹਿਬ, ਜਿਹੜਾ ਸਾਡਾ ਦੇਸ਼ ਹੈ ਨਾ, ਇਹ ਹਰ ਇੱਕ ਸਟੇਟ ਤੋਂ ਬਾਅਦ ਸਾਡਾ ਕਲਚਰ ਅਲੱਗ-ਅਲੱਗ ਹੈ। ਹਰ ਸਟੇਟ ਦਾ ਇੱਕ ਆਪਣਾ ਕਲਚਰ ਹੈ, ਤੇ ਜਦੋਂ ਸਰਕਾਰਾਂ ਕੋਈ ਵੀ ਪਾਲਿਸੀ ਬਣਾਉਂਦੀਆਂ ਨੇ ਉਹਨੂੰ ਅਸੀਂ ਇੱਕ ਸਤਾਰ 'ਚ ਨਹੀਂ ਬੰਨ੍ਹ ਸਕਦੇ। ਤੇ ਜੰਮੂ ਲੇਹ ਲਦਾਖ ਦਾ ਤੇ ਰਾਜਸਥਾਨ ਦਾ ਅਸੀਂ ਇੱਕ ਮਾਪਦੰਡ ਕਦੀ ਵੀ ਨਹੀਂ ਬਣਾ ਸਕਦੇ। ਇਸ ਲਈ ਹਰ ਏਰੀਏ ਦੀ ਉਹਨਾਂ ਦੀਆਂ ਮੁਸ਼ਕਲਾਂ, ਉਹਨਾਂ ਦੀਆਂ ਸਮੱਸਿਆਵਾਂ ਤੇ ਉਹਨਾਂ ਦੇ ਜਿਹੜੇ ਹੈਗੇ ਨੇ ਉਹਦੇ ਅਕੋਰਡਿੰਗਲੀ ਪਾਲਿਸੀ ਬਣਾਉਣੀ ਪੈਂਦੀ ਹੈ। ਔਰ ਬੀਜੇਪੀ ਨੇ ਆਲਰੇਡੀ 2 ਰੀਜ਼ਨ ਦੀਆਂ ਪਾਲਿਸੀਜ਼ ਆਪਣੀਆਂ ਲਗਭਗ ਤਿਆਰ ਕਰ ਲਈਆਂ ਨੇ। ਤੀਸਰੇ ਰੀਜ਼ਨ ਦੀ ਉਹਦੀ ਵੀ ਮੀਟਿੰਗ ਥੋੜੇ ਦਿਨਾਂ ਦੇ ਵਿੱਚ ਹੋਣ ਵਾਲੀ ਆ। ਉਹਦੇ ਵਿੱਚ ਜੋ ਪਾਲਿਸੀ ਸਾਹਮਣੇ ਆਏਗੀ, ਔਰ ਮੇਰਾ ਇਹ ਮੰਨਣਾ ਹੈ ਕਿ ਆਲਰੇਡੀ ਬੜੀ ਸੁਚਾਰੂ ਨੀਤੀ ਦੇ ਨਾਲ ਭਾਜਪਾ ਪੰਜਾਬ ਦੇ ਵਿੱਚ ਸਾਰੇ ਹਿੰਦੁਸਤਾਨ ਦੇ ਵਿੱਚ ਕੰਮ ਕਰ ਰਹੀ ਹੈ। ਤੇ ਉਹ ਸਾਰੀਆਂ ਚੀਜ਼ਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਜਿਹੜੀਆਂ ਕੋਈ ਕਮੀਆਂ ਪੇਸ਼ੀਆਂ ਪਿੱਛੇ ਰਹੀਆਂ ਨੇ ਉਹਨਾਂ ਨੂੰ ਦੂਰ ਕਰਦੇ ਹੋਏ ਅੱਗੋਂ ਇੱਕ ਵਧੀਆ ਨੀਤੀ ਲੈ ਕੇ ਭਾਜਪਾ ਮੈਦਾਨ 'ਚ ਉਤਰੇਗੀ। ਔਰ ਮੈਨੂੰ ਉਮੀਦ ਹੈ ਕਿ ਪਿਛਲੀ ਵਾਰੀ ਨਾਲੋਂ ਵੱਧ ਸੀਟਾਂ ਨਾਲ ਐਤਕੀ ਫਿਰ ਭਾਜਪਾ ਦੀ ਸਰਕਾਰ ਬਣੇਗੀ ਹਿੰਦੁਸਤਾਨ ਦੇ ਵਿੱਚ। ਮਹਿੰਦਰੋ ਜੀ ਕਹਿੰਦੇ ਸੀ ਤੀਜੀ ਜਿਹੜੀ ਰੀਜ਼ਨ ਆ ਉਹਦੀ ਨੀਤੀ ਹਲੇ ਕਲੀਅਰ ਨਹੀਂ ਉਹਦੀ ਵੀ ਹੋਈ, ਪਰ ਉਹਦੇ ਵਿੱਚ ਸ਼ਾਇਦ ਦਕਸ਼ਣ ਗੌਰਵ ਦਾ ਆਇਆ ਵੀ ਦੱਖਣ ਦਾ ਮਾਣ ਸਨਮਾਨ ਕਿਵੇਂ ਬਹਾਲ ਹੋਵੇ। ਇਹ ਨੀਤੀ ਜਿਹੜੀ ਆ, ਇਹ ਸਲੋਗਨ, ਇਹ ਧਾਰਨਾ ਜਿਹੜੀ ਆ ਪ੍ਰਚਾਰ ਕਰਨ ਦੀ ਕੋਸ਼ਿਸ਼ ਕਰੂਗੀ ਉੱਥੋਂ ਦੀਆਂ 130 ਸੀਟਾਂ ਦੇ ਉੱਤੇ, ਦੱਖਣ ਦੀਆਂ ਸੀਟਾਂ ਤੇ ਕੀ ਲੱਗਦਾ ਪੰਜਾਬ ਦੀ ਨੀਤੀ ਤੈਅ ਕਰਨ ਵਿੱਚ ਕਿਉਂ ਅੜਚਣ ਆ ਰਹੀ ਹੈ? ਗੁਜਰਾਤ ਵੀ ਉਹਨਾਂ 'ਚ ਸ਼ਾਮਲ ਹੈ, ਜੰਮੂ ਕਸ਼ਮੀਰ ਤੇ ਪੰਜਾਬ ਜਿਹੜੇ ਆ ਉੱਤਰ ਭਾਰਤ ਦੇ ਸਿਖਰਲੇ ਸੂਬੇ, ਇਹਨਾਂ ਦੀ ਨੀਤੀ ਤੈਅ ਕਰਨ ਵਿੱਚ ਬੀਜੇਪੀ ਦੀ ਅੜਚਣ ਦੇ ਪਿੱਛੇ ਕੀ ਕਾਰਨ ਹੈ, ਕਿਵੇਂ ਦੇਖਦੇ ਹੋ? ਇਸ ਦੇ ਵਿੱਚ ਸੰਧੂ ਸਾਹਿਬ ਮੇਰਾ ਮੰਨਣਾ ਇਹ ਹੈ ਕਿ ਪੰਜਾਬ ਜਿਹੜਾ ਆ ਉਹ ਹਜੇ ਕਾਫੀ ਦੂਰ ਹੈ ਇੱਥੇ ਕਿ ਕਿਹੜੀ ਜਿਹੜੀ ਹੈ ਆਉਣ ਵਾਲੇ ਵਿਧਾਨ ਸਭਾ ਦੇ ਚੋਣਾਂ ਆ ਉਹ ਹਜੇ ਦੂਰ ਹੈ। ਦੂਸਰੀ ਚੀਜ਼ ਆ ਗਈ ਇਲੈਕਸ਼ਨ 24 ਦਾ ਜੋ ਮਿਸ਼ਨ ਹੈ ਬੀਜੇਪੀ ਦਾ, ਉਸ ਦੇ ਵਿੱਚ ਉਹਨਾਂ ਨੇ ਆਪਣੇ ਆਪ ਨੂੰ ਦੁਬਾਰਾ ਕੇਂਦਰ ਸਰਕਾਰ ਦੇ ਵਿੱਚ ਲੈ ਕੇ ਆਣਾ, ਕਿਉਂਕਿ ਉਹਨਾਂ ਨੇ ਜੋ ਪਿਛਲੇ 9 ਸਾਲਾਂ ਦੇ ਵਿੱਚ ਕੀਤਾ ਹੈ ਉਸ ਦੀ ਮੁਹਿੰਮ ਇਸ ਟਾਈਮ ਪੂਰੇ ਦੇਸ਼ ਦੇ ਵਿੱਚ ਜਿਹੜੀ ਆ ਉਹਨਾਂ ਦੇ ਵੱਲੋਂ ਚਲਾਈ ਜਾ ਰਹੀ ਹੈ ਕਿ 9 ਸਾਲਾਂ ਦੇ ਵਿੱਚ ਜੋ ਉਹਨਾਂ ਨੇ ਆਪਣੇ ਕੀਤੇ ਹੋਏ ਵਧੀਆ ਕੰਮ ਦੇਸ਼ ਦੇ ਵਿੱਚ ਉਹ ਲੋਕਾਂ ਨੂੰ ਗਿਣਾ ਰਹੇ ਨੇ। ਔਰ ਇਸੇ ਤਰ੍ਹਾਂ ਪੰਜਾਬ ਦੇ ਵਿੱਚ ਔਰ ਜੰਮੂ ਕਸ਼ਮੀਰ ਦੇ ਵਿੱਚ ਵੀ ਸਾਡੇ ਰੀਜਨ ਦੇ ਵਿੱਚ ਉਹ ਦੇਖ ਰਹੇ ਨੇ, ਉਹਨਾਂ ਦੇ ਮਾਹਿਰ ਜਿਹੜੇ ਨੇ, ਉਹਨਾਂ ਦੇ ਜਿਹੜੇ ਵੱਡੇ ਆਗੂ ਨੇ, ਉਹ ਦੇਖ ਰਹੇ ਨੇ ਕਿ ਇੱਥੇ ਲੋਕਾਂ ਦੀਆਂ ਕੀ ਬੇਸਿਕ ਸਮੱਸਿਆਵਾਂ ਨੇ ਔਰ ਉਹਨਾਂ ਦਾ ਸਮਾਧਾਨ ਕੀ ਕੱਢਣਾ ਹੈ, ਤੇ ਉਹਨਾਂ ਦੀ ਮੁਤਾਬਿਕ ਜਿਹੜੀ ਹੈ ਉਹ ਨੀਤੀ ਤਿਆਰ ਕਰਨਗੇ। ਤੇ ਨੀਤੀ ਤਿਆਰ ਕਰਕੇ, ਕਿਉਂਕਿ ਉਹਨਾਂ ਦੀ ਸੋਚ ਇਹ ਹੈ ਕਿ ਸਾਰੀ ਜਗ੍ਹਾ ਦੇ ਉੱਤੇ ਇੱਕੋ ਹੀ ਜਿਹਾ ਸਟਰਕਚਰ ਬਣਾਉਣ ਦੀ ਬਜਾਏ ਜਿਸ ਰਾਜ ਦੀ ਜਿੱਦਾਂ ਦੀ ਮੁਸ਼ਕਿਲਾਂ ਆ ਉਹਨੂੰ ਉਦਾਂ ਦੀਆਂ ਜ਼ਰੂਰਤਾਂ ਦੇ ਹੱਲ ਦਿੱਤੇ ਜਾਣ। ਤੇ ਮੈਂ ਸਮਝਦਾ ਕਿ ਇੱਕ ਵਧੀਆ ਤਰੀਕਾ ਆ ਕਿ ਜਿਹਨੂੰ ਜਿੱਦਾਂ ਦੀ ਜ਼ਰੂਰਤ ਹੋਵੇ ਉਹਦੀ ਉਹ ਜ਼ਰੂਰਤ ਪੂਰੀ ਕੀਤੀ ਜਾਵੇ। ਆਪਾਂ ਕੰਵਰ ਮੰਜ਼ਲ ਤੋਂ ਪੁੱਛ ਲੈਂਦੇ ਆ। ਕੰਵਰ ਮੰਜ਼ਲ ਜੀ, ਪੰਜਾਬੀਆਂ ਨੂੰ ਕਿਵੇਂ ਦੇਖਦੇ ਹੋ ਤੁਸੀਂ? ਆਪਾਂ ਸਾਰੇ ਪੰਜਾਬੀ ਆ, ਕੀ ਗੱਲ ਆ ਬੀਜੇਪੀ ਵਾਲੇ ਪੰਜਾਬੀਆਂ ਨੂੰ ਪੁੱਛਦੇ ਨੇਗੇ, ਜਾਣਨ ਦੀ ਕੋਸ਼ਿਸ਼ ਨਹੀਂ ਕਰਦੇ? ਪੰਜਾਬ ਦੇ ਵਿੱਚ ਜ਼ਿਆਦਾ ਲੇਟ ਨਜ਼ਰ ਆ ਰਹੇ ਨੇ। ਹਾਲਾਂਕਿ ਜੰਮੂ ਕਸ਼ਮੀਰ ਦੀ ਗੱਲ ਕਰੀਏ, ਠੀਕ ਹੈ, ਨੀਤੀ ਉੱਤੇ ਕਿਹੜੀ ਕਰਨੀ ਹੈ ਇਲੈਕਸ਼ਨ ਲਈ ਅਲੱਗ ਵਿਸ਼ਾ ਹੋ ਸਕਦਾ, ਪਰ ਜੰਮੂ ਕਸ਼ਮੀਰ ਨੂੰ 370 ਤੋੜ ਕੇ ਫੈਸਲਾ ਲੈ ਕੇ ਰਲਾ ਲਿਆ ਗਿਆ ਤੇ ਉਹਦੇ ਵਿਕਾਸ ਦੇ ਉੱਤੇ ਮੀਲ ਪੱਥਰ ਜਿਹੜੇ ਸਥਾਪਿਤ ਕਰ ਰਹੀ ਹੈ। ਪਰ ਪੰਜਾਬ ਦਾ ਕੀ ਗੱਲ ਹੈ? ਪੰਜਾਬੀਆਂ ਦਾ ਸੁਭਾਅ ਮੈਚ ਨਹੀਂ ਕਰ ਰਿਹਾ ਬੀਜੇਪੀ ਨੂੰ, ਜਾਂ ਸਮਝ ਨਹੀਂ ਆ ਰਿਹਾ ਬੀਜੇਪੀ ਨੂੰ। ਬੀਜੇਪੀ ਪੰਜਾਬ ਦੇ ਵਿੱਚ ਜਿਹੜੀ ਹੈ ਉਹ ਥੱਕੀ ਹਾਰੀ ਕਿਉਂ ਨਜ਼ਰ ਆ ਰਹੀ ਹੈ? ਸੰਧੂ ਸਾਹਿਬ, ਇਸ ਤਰ੍ਹਾਂ ਦਾ ਕੁਝ ਨਹੀਂ ਆ। ਬੀਜੇਪੀ ਪੰਜਾਬ ਦੇ ਵਿੱਚ ਬੜੀ ਤੇਜ਼ੀ ਨਾਲ ਅੱਗੇ ਨੂੰ ਵਧ ਰਹੀ ਆ, ਔਰ ਪੰਜਾਬ 'ਚ ਬੀਜੇਪੀ ਨੇ ਇਕੱਲਿਆਂ ਇੰਡੀਵਿਜੂਅਲੀ ਕਦੀ ਸਰਕਾਰ ਨਹੀਂ ਬਣਾਈ, ਔਰ ਨਾ ਹੀ ਕਦੀ ਉਸ ਤਰੀਕੇ ਦਾ ਇਹਨਾਂ ਦਾ ਐਟਮੋਸਫੇਅਰ ਰਿਹਾ ਵਾ। ਤੇ ਪਹਿਲੀ ਵਾਰ ਬੀਜੇਪੀ ਇੰਡੀਵਿਜੂਅਲੀ ਇਕੱਲਿਆਂ ਪੰਜਾਬ ਦੇ ਵਿੱਚ ਆਪਣੇ ਕਦਮ ਪਸਾਰ ਰਹੀ ਹੈ ਔਰ ਬੜੀ ਤੇਜ਼ੀ ਨਾਲ ਅੱਗੇ ਨੂੰ ਵਧ ਰਹੀ ਆ। ਮੈਂ ਤੁਹਾਡੀ ਜਾਣਕਾਰੀ 'ਚ ਥੋੜਾ ਬਹੁਤਾ ਕਰ ਦਿਆਂ ਕਿ ਬੜੇ ਵੱਡੇ ਫੈਸਲੇ
ਸਿੱਖ ਕੌਮ ਨੂੰ ਲੈ ਕੇ ਮੋਦੀ ਸਰਕਾਰ ਨੇ ਲਏ ਨੇ। ਸ਼੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲਿਆ ਵਾ, 84 ਦੇ ਦੰਗਿਆਂ ਦੇ ਜਿਹੜੇ ਦੋਸ਼ੀ ਸੀ ਉਹਨਾਂ ਨੂੰ ਸਜ਼ਾਵਾਂ ਤੱਕ ਪਹੁੰਚਾਇਆ ਵਾ, GST ਲੰਗਰ ਤੋਂ ਖਤਮ ਕੀਤਾ। ਮਤਲਬ ਮੈਂ ਇਸ ਤਰ੍ਹਾਂ ਜੇ ਅਸੀਂ ਵਰਣਨ ਕਰਨ ਲੱਗਾਂਗੇ ਤੇ ਇੱਕ ਲੰਬਾ ਸਮੇਂ ਲੱਗ ਜਾਏਗਾ, ਉਹਦੇ ਵਾਸਤੇ ਇੱਕ ਪ੍ਰੋਪਰ ਐਪੀਸੋਡ ਚਾਹੀਦਾ। ਬਹੁਤ ਵੱਡੇ ਵੱਡੇ ਫੈਸਲੇ ਜਿਹੜੇ ਨੇ ਉਹ ਸਿੱਖ ਕੌਮ ਔਰ ਪੰਜਾਬੀਆਂ ਦੇ ਹਿੱਤ 'ਚ ਮੋਦੀ ਸਾਹਿਬ ਨੇ ਲਏ ਨੇ। ਔਰ ਮੈਂ ਇਹ ਸਮਝਦਾ ਵਾਂ ਕਿ ਪਹਿਲੀ ਵਾਰ ਸਾਨੂੰ ਇੱਕ ਪ੍ਰਾਈਮ ਮਿਨਿਸਟਰ ਮਿਲਿਆ ਵਾ ਜਿਹੜਾ ਸਾਡੀ ਨਬਜ਼ ਨੂੰ ਸਮਝ ਰਿਹਾ, ਸਾਡੀਆਂ ਜ਼ਰੂਰਤਾਂ ਨੂੰ ਸਮਝ ਰਿਹਾ। ਬਟ ਇੱਥੇ ਜਿਹੜਾ ਕੂੜ ਪ੍ਰਚਾਰ ਹੈ ਉਹ ਉਹਨਾਂ ਦੇ ਖਿਲਾਫ ਜਾਂਦਾ ਵਾ। ਬਟ ਸਮਝਦਾਰ ਨੇ। ਕਮਰ ਮੰਜ਼ਲ ਜੀ, ਤੁਸੀਂ ਕਹਿ ਰਹੇ ਹੋ ਭਾਜਪਾ ਦਾ ਸਾਥ ਸਿੱਖਾਂ ਦੇ ਮਸਲੇ, ਸਿੱਖਾਂ ਦੇ ਹੱਕ ਵਿੱਚ ਬੜੇ ਕੰਮ ਕੀਤੇ ਨੇ, ਉਹ ਸਿੱਖਾਂ ਦੇ ਹੱਕ ਵਿੱਚ ਕੰਮ ਹੀ ਕਰੀ ਜਾਓਗੇ ਜਾਂ ਸਿੱਖਾਂ ਨੂੰ ਵੀ ਅੱਗੇ ਵਧਾਓਗੇ, ਅੱਗੇ ਲੈ ਕੇ ਆਓਗੇ ਲੀਡਰਸ਼ਿਪ ਦੇ ਵਿੱਚ ਪੰਜਾਬ ਦੀ? ਬਿਲਕੁਲ, ਲੋਕ ਜਾਣਨਾ ਚਾਹੁੰਦੇ ਆ। ਲੀਡਰਸ਼ਿਪ ਬੜੀ ਤੇਜ਼ੀ ਨਾਲ ਅੱਗੇ ਨੂੰ ਵਧ ਰਹੀ ਹੈ। ਦੇਖੋ, ਹਰ ਚੀਜ਼ ਦਾ ਇੱਕ ਸਮੇਂ ਹੁੰਦਾ। ਆਉਣ ਵਾਲੇ ਦਿਨਾਂ 'ਚ ਤੁਹਾਨੂੰ ਲੱਗ ਜਾਏਗਾ ਪਤਾ ਕਿ ਕਿਸ ਤਰ੍ਹਾਂ ਸਿੱਖਾਂ ਦਾ ਮਾਨ ਸਨਮਾਨ ਮੋਦੀ ਸਾਹਿਬ ਕਰ ਰਹੇ ਨੇ। ਔਰ ਆਉਣ ਵਾਲੇ ਦਿਨਾਂ 'ਚ ਬਹੁਤ ਵੱਡੀਆਂ ਉਪਲਬਧੀਆਂ ਜਿਹੜੀਆਂ ਸਿੱਖ ਕੌਮ ਦੇ ਹਿੱਸੇ 'ਚ ਆ ਰਹੀਆਂ। ਸਿੱਖ ਕੌਮ ਇਨ ਸੈਂਸ ਪੰਜਾਬੀ, ਅਸੀਂ ਸਾਰੇ ਹੀ ਪੰਜਾਬੀ, ਸਾਨੂੰ ਪੰਜਾਬੀਆਂ ਨੂੰ ਸਾਰਿਆਂ ਨੂੰ ਸਿੱਖਾਂ ਦੇ ਰੂਪ 'ਚ ਹੀ ਦੇਖਿਆ ਜਾਂਦਾ, ਚਾਹੇ ਉਹ ਹਿੰਦੂ ਆ ਚਾਹੇ ਉਹ ਸਿੱਖ ਆ। ਉਹ ਜਦੋਂ ਪੰਜਾਬੀ ਲੱਭ ਜਾਂਦਾ ਤੇ ਉਹਨੂੰ ਅਸੀਂ ਸਿੱਖ ਕਹਿ ਦਿੰਦੇ ਆ ਵੀ ਇਹ ਸਾਰੇ ਹੀ ਸਿੱਖ ਨੇ, ਕਿਉਂਕਿ ਗੁਰੂ ਨਾਨਕ ਸਾਹਿਬ ਦੇ ਵਿੱਚ ਆਸਥਾ ਰੱਖਣ ਵਾਲੇ ਸਾਰੇ ਅਸੀਂ ਲੋਕ ਆ ਤੇ ਸਿੱਖ ਲਫ਼ਜ਼ ਤਾਂ ਮੂੰਹ ਚੋਂ ਨਿਕਲ ਜਾਂਦਾ। ਈਵਨ ਦੈਨ ਮੋਦੀ ਸਾਹਿਬ ਦੀ ਬੜੀ ਇਹਨਾਂ ਦੇ ਪ੍ਰਤੀ ਜਿਹੜੀ ਪੰਜਾਬੀਆਂ ਦੇ ਪ੍ਰਤੀ ਭਾਵਨਾ ਬੜੀ ਪਵਿੱਤਰ ਆ ਔਰ ਬਹੁਤ ਉਹਨਾਂ ਦਾ ਧਿਆਨ ਹੈ। ਔਰ ਹੁਣ ਪੂਰੀ ਤਰ੍ਹਾਂ ਉਹ ਫੋਕਸ ਨੇ ਇਸ ਟਾਈਮ ਪੰਜਾਬ ਦੇ ਵਿੱਚ। ਪਰਮਾਤਮਾ ਭਲੀ ਕਰੇਗਾ, ਪੰਜਾਬ ਵਾਸਤੇ ਬਹੁਤ ਵੱਡੇ ਵੱਡੇ ਫੈਸਲੇ ਔਰ ਬੜੇ ਵਧੀਆ ਤਰੀਕੇ ਨਾਲ ਪੰਜਾਬੀਆਂ ਨੂੰ ਅਗਵਾਈ ਵੀ ਮਿਲੇਗੀ, ਐਸਾ ਕੁਝ ਨਹੀਂ ਹੈ। ਔਰ ਅੱਗੇ ਵੀ ਦਿੰਦੇ ਆਏ ਨੇ, ਗਾਂ ਵੀ ਦਿੰਦੇ ਜਾਣਗੇ। ਔਰ ਪੰਜਾਬ ਨੂੰ ਐਤਕੀ ਉਹਨਾਂ ਨੇ ਪੂਰੇ ਆਪਣੇ ਫੋਕਸ ਦੇ ਵਿੱਚ ਰੱਖਿਆ ਵਾ। ਚਲੋ ਮਹਿੰਦਰ ਜੀ ਕੋ ਜਾਣਨ ਦੀ ਕੋਸ਼ਿਸ਼ ਕਰਦੇ ਆ। ਮਹਿੰਦਰ ਜੀ, ਕਮਰ ਮੰਜ਼ਲ ਜੀ ਨੇ ਬੀਜੇਪੀ ਦਾ ਪੂਰਾ ਬਚਾਅ ਕਰਨ ਦੀ ਕੋਸ਼ਿਸ਼ ਕੀਤੀ ਹੈ ਇਹ ਆ ਕੇ ਕਿ ਸਾਰਿਆਂ ਪੰਜਾਬੀਆਂ ਨੂੰ ਸਿੱਖ ਹੀ ਸਮਝਿਆ ਜਾਂਦਾ। ਇਹ ਸਾਰਿਆਂ ਪੰਜਾਬੀਆਂ ਨੂੰ ਸਿੱਖ ਸਮਝਣ ਦੀ ਜਿਹੜੀ ਨੀਤੀ ਹੈ ਉਹ ਤੁਹਾਨੂੰ ਲੱਗਦਾ ਕਿ ਕਾਰਗਰ ਫਿੱਟ ਬੈਠ ਰਹੀ ਹੈ? ਕਿ ਜਿਹੜੇ ਚਿਹਰੇ ਨੇ ਉਹ ਸਿੱਖ ਚਿਹਰੇ ਜਾਂ ਪਗੜੀ ਵਾਲੇ ਜਿਹੜੇ ਪੰਜਾਬ ਦੀ ਇੱਕ ਰਵਾਇਤ ਬਣੀ ਹੋਈ ਹੈ, ਕੀ ਇਸ ਤੋਂ ਵੱਖਰਾ ਹੀ ਫਾਰਮੂਲਾ ਅਜਮਾਉਣ ਦੀ ਕੋਸ਼ਿਸ਼ ਵਿੱਚ ਰਹਿੰਦੀ ਹੈ ਬੀਜੇਪੀ, ਜਾਂ ਕੋਈ ਸਮੇਂ ਦੇ ਬਦਲਣ ਨਾਲ, ਸਮੇਂ ਨੂੰ ਦੇਖ ਕੇ ਮੰਗ ਅਨੁਸਾਰ ਕੋਈ ਸਮੀਕਰਨ ਬਦਲ ਵੀ ਸਕਦਾ? ਕਿਵੇਂ ਦੇਖਦੇ ਹੋ? ਦੇਖੋ, ਮੈਂ ਤਾਂ ਸੰਧੂ ਸਾਹਿਬ ਇਹ ਕਹਿਣਾ ਚਾਹੂੰਗਾ ਕਿ ਚਾਹੇ ਕੇਂਦਰ ਦੇ ਵਿੱਚ ਬੀਜੇਪੀ ਸਰਕਾਰ ਹੈ, ਚਾਹੇ ਸਟੇਟ ਦੇ ਵਿੱਚ ਕੋਈ ਸਾਡੀ ਦੂਸਰੀ ਆਮ ਆਦਮੀ ਪਾਰਟੀ ਸਰਕਾਰ ਹੈ, ਇਹਨਾਂ ਨੂੰ ਸਾਨੂੰ ਸਾਰਿਆਂ ਨੂੰ ਪੰਜਾਬੀ ਦੇ ਰੂਪ ਦੇ ਵਿੱਚ ਹੀ ਦੇਖਣਾ ਚਾਹੀਦਾ ਹੈ। ਨਾ ਅਸੀਂ ਸਿੱਖ, ਨਾ ਅਸੀਂ ਹਿੰਦੂ, ਨਾ ਅਸੀਂ ਕਿਸੇ ਹੋਰ ਧਰਮ ਜਾਂ ਪੰਥ ਦੇ ਬਣ ਕੇ ਰਹੀਏ, ਅਸੀਂ ਪੰਜਾਬ ਦੇ ਬਣ ਕੇ ਰਹੀਏ। ਤੇ ਸਾਨੂੰ ਸਾਰਿਆਂ ਨੂੰ ਇੱਕੋ ਜਿਹਾ ਵਧੀਆ ਕਾਨੂੰਨ ਔਰ ਵਧੀਆ ਸਾਡਾ ਪੰਜਾਬ ਤੇ ਵਧੀਆ ਖੁਸ਼ਹਾਲ ਦੇਸ਼ ਜਿਹੜਾ ਹੈ ਸਾਡਾ ਬਣੇ, ਤਾਂ ਕਿ ਸਾਡੇ ਕਿਸੇ ਵੀ ਮਨਾਂ ਦੇ ਵਿੱਚ ਮਤਭੇਦ ਨਹੀਂ ਹੋਣਾ ਚਾਹੀਦਾ ਕਿ ਕੌਣ ਕਿਸ ਪੰਥ ਸਮਾਜ ਤੋਂ ਹੈ। ਤੇ ਮੈਂ ਸਮਝਦਾ ਕਿ ਅਸੀਂ ਹਿੰਦੂ ਸਿੱਖ ਪਹਿਲਾਂ ਵੀ ਇੱਕ ਸੀ, ਅੱਜ ਵੀ ਇੱਕ ਹੈ ਤੇ ਰਹਿੰਦੀ ਦੁਨੀਆ ਤੱਕ ਇੱਕ ਰਹਿਣੇ ਆ। ਪਰ ਮੈਂ ਸਮਝਦਾ ਕਿ ਇਹੀ ਸਾਡੇ ਪੰਜਾਬ ਦੀ ਖੂਬਸੂਰਤੀ ਹੈ ਕਿ ਸਾਡੇ ਪੰਜਾਬ ਦੇ ਵਿੱਚ ਹਮੇਸ਼ਾ ਜਿਹੜਾ ਹੈ ਸਾਡਾ ਰੋਟੀ ਬੋਟੀ ਦਾ ਜਿਹੜਾ ਆ ਤੇ ਰੋਟੀ ਬੇਟੀ ਦਾ ਸਾਡੀ ਜਿਹੜੀ ਸਾਂਝ ਹੈ ਇਹ ਏਦਾਂ ਹੀ ਆ, ਕਿਉਂਕਿ ਇੱਕ ਦੂਸਰੇ ਨਾਲ ਅਸੀਂ ਪਰਿਵਾਰਿਕ ਤੌਰ ਤੇ ਜੁੜੇ ਹੋਏ ਆ, ਸਮਾਜਿਕ ਤੌਰ ਤੇ ਜੁੜੇ ਹੋਏ ਆ। ਤੇ ਸਰਕਾਰਾਂ ਨੂੰ ਵੀ ਇਹ ਚਾਹੀਦਾ ਹੈ ਕਿ ਕਿਸੇ ਤਰ੍ਹਾਂ ਦਾ ਮਤਭੇਦ ਨਾ ਪਾ ਕੇ ਸਭ ਦੇ ਲਈ ਇੱਕ ਵਧੀਆ ਪਲੇਟਫਾਰਮ ਐਸਾ ਤਿਆਰ ਹੋਵੇ ਤਾਂ ਕਿ ਹਰ ਆਦਮੀ ਇਸ ਦੇ ਵਿੱਚ ਵਧੀਆ ਤਰੀਕੇ ਨਾਲ ਖੁਸ਼ਹਾਲ ਪੰਜਾਬ ਦੇ ਵਿੱਚ ਕਾਮਯਾਬੀ ਪ੍ਰਾਪਤ ਕਰ ਸਕੇ ਔਰ ਇੱਕ ਦੂਸਰੇ ਨੂੰ ਸਾਥ ਦੇ ਸਕੇ। ਮਤਲਬ ਤੁਹਾਨੂੰ ਲੱਗਦਾ ਕਿ ਜਿੱਥੇ ਬਹੁ ਗਿਣਤੀ ਸਿੱਖ ਥੋੜੇ ਬਹੁਤੇ ਬੱਚੇ ਆ, ਇਸ ਸਟੇਟ ਦੇ ਵਿੱਚ ਵੀ ਸਿੱਖਾਂ ਨੂੰ ਨੁਮਾਇੰਦਗੀ ਦੇਣ ਦੀ ਕੋਈ ਜ਼ਰੂਰਤ ਨਹੀਂ ਹੈ, ਸਿੱਖ ਹੋਣ ਨਾਤੇ ਕਿਸੇ ਨੂੰ ਅੱਗੇ ਵਧਾਉਣ ਦੀ ਜ਼ਰੂਰਤ ਨਹੀਂ ਹੈ, ਤੇ ਬੀਜੇਪੀ ਦੀ ਨੀਤੀ ਜਿਹੜੀ ਆ ਉਹ ਐਵੇਂ ਚੱਲ ਜਾਊਗੀ? ਚਲੋ ਖੈਰ, ਆਪਾਂ ਅਗਲੇ ਮੁੱਦੇ ਵੱਲ ਵਧਦੇ ਹਾਂ। ਸੰਧੂ ਸਾਹਿਬ, ਖਬਰ ਇੱਕ ਛੋਟੀ ਜਿਹੀ ਜਾਵਾਂਗਾ। ਦੇਖੋ, ਹਿੰਦੂ ਸਿੱਖ ਅਲੱਗ ਹੈਗੇ ਹੀ ਨਹੀਂ। ਮੈਂ ਇੱਕ ਛੋਟੀ ਜਿਹੀ ਬੇਨਤੀ ਕਰਦਾ, ਅਸੀਂ ਗੁਰੂ ਸਾਹਿਬ ਤੋਂ ਦੇਖਦੇ ਆ ਰਹੇ ਹਾਂ ਕਿ ਹਰ ਹਿੰਦੂ ਪਰਿਵਾਰ ਦੇ ਵੱਡੇ ਬੇਟੇ ਨੂੰ ਸਿੱਖ ਬਣਾਇਆ ਜਾਂਦਾ ਸੀਗਾ। ਜਿਹੜਾ ਪਹਿਲਾ ਪੁੱਤਰ ਹੁੰਦਾ ਸੀ ਉਹਨੂੰ ਸਿੱਖ ਬਣਾਇਆ ਜਾਂਦਾ ਸੀ ਔਰ ਇਹ ਸਿੱਖ ਰੀਤੀ ਰਿਵਾਜ ਉੱਥੇ ਹੀ ਸ਼ੁਰੂ ਹੋਏ ਨੇ। ਹਰ ਹਿੰਦੂ ਪਰਿਵਾਰ ਦੇ ਵਿੱਚੋਂ ਇੱਕ ਇੱਕ ਪੁੱਤਰ ਸਿੱਖ ਬਣਦਾ ਸੀ। ਅੱਜ ਤੋਂ 200-250 ਸਾਲ ਪੁਰਾਣੀਆਂ ਗੱਲਾਂ ਤੁਹਾਨੂੰ ਦੱਸ ਰਿਹਾ। ਤੇ ਇਹ ਮੈਂ ਤੁਹਾਡੀ ਗੱਲ ਨਾਲ ਸਹਿਮਤ ਹੋ ਜਾਂਦਾ। ਅਲੱਗ ਨਹੀਂ, ਅਸੀਂ ਇੱਕੋ ਮਾਂ ਦੇ ਪੁੱਤਰ ਆ ਤੇ ਇਸ ਲਈ ਸਾਨੂੰ ਦੋ ਕਰਕੇ ਨਹੀਂ, ਪੰਜਾਬ ਦਾ ਸਿੱਖ ਹੈ ਤੇ ਪੰਜਾਬ ਦਾ ਹਰ ਸਿੱਖ ਹਿੰਦੂ ਹੈ, ਅਸੀਂ ਇੱਕ ਹੀ ਹਾਂ ਜੀ। ਕਮਰ ਮੰਜ਼ਲ ਜੀ, ਜੇ ਇਹ ਗੱਲ ਆ ਤਾਂ ਫਿਰ ਸਿੱਖ ਚਿਹਰੇ ਨੂੰ ਅੱਗੇ ਲਿਆਉਣ ਦੇ ਉੱਤੇ ਇਹ ਕਿਉਂ ਤਰਕ ਦਿੱਤਾ ਜਾ ਰਿਹਾ ਕਿ ਪੰਜਾਬੀਆਂ ਦੇ ਨਜ਼ਰ ਨਾਲ ਦੇਖੋ, ਸਿੱਖਾਂ ਦੇ ਨਜ਼ਰ ਨਾਲ ਦੇਖੋ?
ਮਹਿੰਦਰੂ ਜੀ ਕਹਿ ਰਹੇ ਨੇ ਕਿ ਵੱਖਰੇ ਧਰਮ ਪੰਥ ਵਜੋਂ ਦੇਖਣ ਦੀ ਲੋੜ ਨਹੀਂ। ਮੈਂ ਤੇ ਵੱਖਰੇ ਧਰਮ ਪੰਥ ਵਜੋਂ ਦੇਖਣ ਦੀ ਗੱਲ ਹੀ ਨਹੀਂ ਕੀਤੀ। ਮੈਂ ਤੇ ਇੱਕ ਸਾਬਤ ਸੂਰਤ ਸਿੱਖ ਚਿਹਰਿਆਂ ਦੀ ਗੱਲ ਕੀਤੀ ਹੈ, ਜਿਹੜੇ ਕਿ ਲੋਕਾਂ ਦੇ ਵਿੱਚ ਆਮ ਪੰਜਾਬੀਆਂ ਦੀ ਧਾਰਨਾ, ਕਿਉਂਕਿ ਜਿਹੜਾ ਕੋਈ ਮੋਨਾ ਵਿਅਕਤੀ ਹੈ ਨਾ, ਜਿਹਨੂੰ ਆਪਾਂ ਹਿੰਦੂ ਪਰਿਵਾਰ ਕਹਿ ਦਿੰਦੇ ਆ, ਉਹ ਉਹਨਾਂ ਦੇ ਘਰ ਦੇ ਵਿੱਚ ਵੀ ਜਦੋਂ ਵਿਆਹ ਸ਼ਾਦੀ ਹੁੰਦੀ ਜਾਂ ਖਾਸ ਪ੍ਰੋਗਰਾਮ ਹੁੰਦੇ ਉਸ ਵੇਲੇ ਪਗੜੀ ਜ਼ਰੂਰ ਸਜਾਈ ਜਾਂਦੀ ਹੈ। ਕੀ ਪਗੜੀ ਧਾਰੀ ਜਿਹੜੇ ਚਿਹਰੇ ਨੇ ਉਹਨਾਂ 'ਚ ਯੋਗਤਾ ਨਹੀਂ ਲੱਗਦੀ, ਜਿਸ ਕਰਕੇ ਸਾਡੇ ਜਿਹੜੇ ਦੋਨੇ ਸਹਿਰਦ ਬੁਲਾ ਰਹੇ ਨੇ ਅੱਜ ਗੱਲ ਜਿਹੜੀ ਇਸੇ ਗੱਲ ਕਰ ਰਹੇ ਨੇ, ਕਿਉਂਕਿ ਆਪਾਂ ਇਹ ਦੋਹਰਾ ਪੈਟਰਨ ਕਈ ਵਾਰੀ ਇਖਤਿਆਰ ਕਰ ਜਾਂਦੇ। ਇੱਕ ਪਾਸੇ ਤਾਂ ਤੁਸੀਂ ਕਹਿ ਰਹੇ ਹੋ ਕਿ ਹਿੰਦੂ ਔਰ ਸਿੱਖ ਤੇ ਸਿੱਖ ਔਰ ਹਿੰਦੂ 'ਚ ਕੋਈ ਫਰਕ ਹੀ ਨਹੀਂ, ਤੇ ਦੂਜੇ ਪਾਸੇ ਜਦੋਂ ਮੈਂ ਗੱਲ ਕੀਤੀ ਕਿ ਸਿੱਖ ਚਿਹਰਿਆਂ ਨੂੰ ਅੱਗੇ ਵਧਾਉਣ ਦੀ ਲੋੜ ਹੈ ਪੰਜਾਬ ਦੀ ਮਾਨਸਿਕਤਾ ਦੇ ਹਿਸਾਬ ਨਾਲ, ਫਿਰ ਤੁਸੀਂ ਇਹ ਤਰਕ ਦਿੰਦੇ ਹੋ ਜੀ ਕੋਈ ਫਰਕ ਹੀ ਨਹੀਂਗਾ ਤੇ ਚਿਹਰਾ ਜਿਹੜਾ ਮਰਜ਼ੀ ਹੋਵੇ, ਤੇ ਫਿਰ ਸਿੱਖ ਦੀ ਗੱਲ ਨਹੀਂ ਕਰਨੀ ਚਾਹੀਦੀ। ਫਿਰ ਮਹਿੰਦਰੂ ਜੀ ਇਸ ਤਰ੍ਹਾਂ ਕਹਿੰਦੇ ਨੇ। ਸੰਧੂ ਸਾਹਿਬ, ਗੱਲ ਇਹ ਹੈ ਕਿ ਤੁਸੀਂ ਗੱਲ ਨੂੰ ਥੋੜਾ ਜਿਹਾ ਦੂਸਰੇ ਪਾਸੇ ਨੂੰ ਲੈ ਕੇ ਚਲੇ ਗਏ। ਮੈਂ ਤੁਹਾਨੂੰ ਹੁਣੇ ਦੱਸਣਾ ਚਾਹੁੰਦਾ ਕਿ ਤੁਸੀਂ ਥੋੜਾ ਜਿਹਾ ਫਿਰ ਪਿਛੋਕੜ ਨੂੰ ਚੱਲੋ। ਕੋਈ ਸਮਾਂ ਐਸਾ ਹੁੰਦਾ ਸੀਗਾ ਜਦੋਂ ਬੀਜੇਪੀ ਨੂੰ ਕੱਲਾ ਹਿੰਦੂਆਂ ਦੀ ਪਾਰਟੀ ਮੰਨਿਆ ਜਾਂਦਾ ਸੀਗਾ। ਅੱਜ ਬੀਜੇਪੀ ਨੂੰ ਪੰਜਾਬ ਦੇ ਵਿੱਚ ਤੁਸੀਂ ਚੈੱਕ ਕਰਕੇ ਦੇਖ ਲਓ, ਕੋਈ ਪਿੰਡ ਤੁਹਾਨੂੰ ਐਸਾ ਨਹੀਂ ਮਿਲੇਗਾ ਜਾਂ ਕੋਈ ਕਸਬਾ ਐਸਾ ਨਹੀਂ ਮਿਲੇਗਾ ਜਿੱਥੋਂ ਸਰਦਾਰ ਸਾਹਿਬ ਜਿਹੜੇ ਸਿੱਖ ਸਾਹਿਬ ਹੈ ਉਹ ਕੋਈ ਬੀਜੇਪੀ ਦੇ ਨੁਮਾਇੰਦੇ ਨਹੀਂ ਹੈਗੇ। ਇਸ ਕਰਕੇ ਤੁਸੀਂ ਇਸ ਚੀਜ਼ ਨੂੰ ਹਿੰਦੂ ਸਿੱਖ ਨੂੰ ਨਾ ਦੇਖੋ, ਬੀਜੇਪੀ ਨੂੰ ਇੱਕ ਰਾਸ਼ਟਰ ਨਿਰਮਾਣ ਦੀ ਪਾਰਟੀ ਸਮਝ ਕੇ ਚੱਲੋ। ਉਹਨੂੰ ਇੱਕ ਇਹ ਨਾ ਸਮਝ ਕੇ ਚੱਲੋ ਕਿ ਇੱਕ ਹਿੰਦੂਆਂ ਦੀ ਪਾਰਟੀ ਹੈ। ਹਿੰਦੂ ਜਾਂ ਸਿੱਖ ਦਾ ਇੱਥੇ ਮੁੱਦਾ ਨਹੀਂ ਹੈ, ਮੁੱਦਾ ਇਹ ਹੈ ਕਿ ਰਾਸ਼ਟਰ ਨਿਰਮਾਣ ਕਿੱਦਾਂ ਹੋਣਾ ਹੈ। ਮਹਿੰਦਰੂ ਜੀ, ਰਾਸ਼ਟਰ ਨਿਰਮਾਣ ਦੇ ਵਿੱਚ ਮੈਂ ਤੇ ਇਹ ਕਹਿਣਾ ਚਾਹੁੰਦੇ ਆ, ਕਿਉਂ ਨਾ ਤੁਸੀਂ ਕਹਿੰਦੇ ਹਿੰਦੂਆਂ ਦੀ ਪਾਰਟੀ ਬੀਜੇਪੀ ਨੂੰ ਮੰਨਿਆ ਜਾਂਦਾ ਸੀ, ਸਿੱਖਾਂ ਦੀ ਵੀ ਬੀਜੇਪੀ ਪਾਰਟੀ ਹੈ, ਇਹ ਗੱਲ ਕਿਉਂ ਨਾ ਮੰਨੀ ਜਾਵੇ। ਬੀਜੇਪੀ ਨੂੰ ਕੀ ਇਤਰਾਜ਼ ਹੈ ਇਹ ਗੱਲ ਅਖਵਾਉਣ ਦੇ ਕਿ ਹਿੰਦੂ ਸਿੱਖਾਂ ਦੀ ਸਾਂਝੀ ਪਾਰਟੀ ਹੈ। ਸਰ, ਬੀਜੇਪੀ ਤਾਂ ਪਹਿਲਾਂ ਵੀ ਨਹੀਂ ਸੀ ਮੰਨਦੀ, ਲੇਕਿਨ ਇੱਥੇ ਰਿਵਾਇਤ ਇਦਾਂ ਦੀ ਚੱਲ ਰਹੀ ਸੀ, ਜਦੋਂ ਅਕਾਲੀ ਪਾਰਟੀ ਔਰ ਬੀਜੇਪੀ ਪੰਜਾਬ ਦੇ ਵਿੱਚ ਮਿਲ ਕੇ ਇਲੈਕਸ਼ਨ ਲੜਦੇ ਸੀ ਔਰ ਰਾਜ ਕਰਦੇ ਸਰਕਾਰ ਬਣਾਉਂਦੇ ਸੀ, ਤਾਂ ਉਦੋਂ ਜ਼ਿਆਦਾਤਰ ਜਿਹੜੇ ਸਰਦਾਰ ਲੋਕ ਸੀ ਉਹ ਅਕਾਲੀਆਂ ਦੇ ਵੱਲੋਂ ਬੀਜੇਪੀ ਦੇ ਨਾਲ ਆਉਂਦੇ ਸੀ। ਇਸ ਤਰੀਕੇ ਦਾ ਉਦੋਂ ਇੱਕ ਗੱਠਜੋੜ ਚੱਲਦਾ ਸੀ। ਲੇਕਿਨ ਹੁਣ ਜਦੋਂ ਤੋਂ ਬੀਜੇਪੀ ਇਕੱਲੀ ਪਾਰਟੀ ਅੱਗੇ ਆਈ ਹੈ ਤਾਂ ਤੁਸੀਂ ਦੇਖੋ ਕਿ ਬਹੁਤ ਸਾਰੇ ਸਿੱਖ ਭਾਈਚਾਰੇ ਦੇ ਵਿੱਚੋਂ ਜਿਹੜੇ ਬੀਜੇਪੀ ਦੇ ਨੁਮਾਇੰਦੇ ਬਣ ਰਹੇ ਆ, ਔਰ ਆਉਣ ਵਾਲੇ ਤੁਸੀਂ ਸਮੇਂ ਦੇ ਵਿੱਚ ਦੇਖੋਗੇ ਕਿ ਇਹੀ ਸਰਦਾਰ ਜੀ ਕੋਈ ਨਾ ਕੋਈ ਹੋਣਗੇ ਤੇ ਬੀਜੇਪੀ ਦੇ ਵੱਲੋਂ ਪੰਜਾਬ ਦੇ ਵਿੱਚ ਮੁੱਖ ਮੰਤਰੀ ਦੇ ਚਿਹਰੇ ਹੋਣਗੇ। ਬਿਲਕੁਲ ਜੀ, ਲੱਗਦਾ ਕਮਰ ਮੰਜ਼ਲ ਜੀ ਗੱਲ ਫੇਰ ਉੱਥੇ ਆ ਗਈ ਨਾ ਕਿ ਚਿਹਰੇ ਜ਼ਰੂਰ ਹੋਣਗੇ। ਜਿਹੜਾ ਮੈਂ ਸਵਾਲ ਕੀਤਾ ਸੀ ਤੁਸੀਂ ਸਵੀਕਾਰ ਵੀ ਕਰ ਰਹੇ ਹੋ ਕਿ ਚਿਹਰੇ ਹੋਣਗੇ, ਉਹਦੀ ਜ਼ਰੂਰਤ ਪੈ ਸਕਦੀ ਹੈ, ਪਰ ਕਿ ਕੋਈ ਫਰਕ ਸਮਝਣਾ ਨਹੀਂ ਚਾਹੀਦਾ। ਠੀਕ ਹੈ, ਦੇਖੋ ਹਿੰਦੂ ਸਿੱਖ ਦੇ ਵਿੱਚ ਫਰਕ ਨਹੀਂ ਨਾ, ਤੇ ਫਿਰ ਇੱਥੇ ਕਹਿਣ ਦੀ ਜ਼ਰੂਰਤ ਨਹੀਂ ਹੈ ਕਿ ਫਰਕ ਨਹੀਂ ਮਹਿਸੂਸ ਕਰਨਾ ਚਾਹੀਦਾ। ਲੇਕਿਨ ਜੇ ਪਗੜੀ ਧਾਰੀ ਮੰਗਦੇ ਆ, ਪਗੜੀ ਵਾਲੇ ਦਾ ਸਨਮਾਨ ਹੈ, ਤੇ ਬੀਜੇਪੀ ਵੀ ਜੇ ਪਗੜੀ ਵਾਲੇ ਆ ਉਹਨਾਂ ਨੂੰ ਸਨਮਾਨ ਦੇ ਕੇ ਪੰਜਾਬ ਦੇ ਵਿੱਚ ਆਪਣੀ ਜਿਹੜੀ ਆ ਸਾਰਿਆਂ ਦੀ ਸਾਂਝੀ ਪਾਰਟੀ ਹੋਣ ਦਾ ਜਿਹੜਾ ਇੱਕ ਮਾਹੌਲ ਸਿਰਜੇ, ਕਿ ਮੈਨੂੰ ਲੱਗਦਾ ਫਿਰ ਤਾਂ ਬੀਜੇਪੀ ਦੇ ਹੱਕ 'ਚ ਹੀ ਗੱਲ ਜਾਊਗੀ। ਇਹ ਮੈਂ ਬੇਨਤੀ ਕਰਦਾ 62% ਸਿੱਖਾਂ ਦੀ ਆਬਾਦੀ ਹੈ ਪੰਜਾਬ ਦੇ ਵਿੱਚ, ਤੇ ਮੈਂ ਬੇਨਤੀ ਕਰਾਂ 100% ਭਾਰਤੀ ਜਨਤਾ ਪਾਰਟੀ ਸਿੱਖ ਚਿਹਰਾ ਸੀਐਮ ਫੇਸ ਲੈ ਕਰਕੇ ਆਊਗੀ। ਦੇਖੋ, ਮੈਂ ਬੇਨਤੀ ਕਰਾਂ ਰਾਜਨੀਤੀ ਸਮੀਕਰਨਾਂ ਨਾਲ ਚੱਲਦੀ ਹੈ। ਜਿਹੜੀ ਚੀਜ਼ ਜਿੱਥੇ ਬਲਸ਼ਾਲੀ ਹੁੰਦੀ ਹੈ ਉਹਨੂੰ ਹੀ ਅੱਗੇ ਲਿਆਂਦਾ ਜਾਂਦਾ, ਔਰ ਪੰਜਾਬ ਦੀ ਰਾਜਨੀਤੀ ਦੇ ਵਿੱਚ ਹਮੇਸ਼ਾ ਪਗੜੀ ਧਾਰੀਆਂ ਦਾ ਕੋਈ ਵੀ ਪਾਰਟੀ ਆਈ, ਚਾਹੇ ਅੱਜ ਆਮ ਆਦਮੀ ਪਾਰਟੀ ਵੀ ਆਈ ਆ, ਉਹਨੇ ਵੀ ਇੱਕ ਪਗੜੀ ਧਾਰੀ ਨੂੰ ਹੀ ਮੈਂ ਬੇਨਤੀ ਕਰਾਂ। ਭਗਵੰਤ ਸਿੰਘ ਮਾਨ ਪਹਿਲਾਂ ਪਗੜੀ ਨਹੀਂ ਸੀ ਬੰਨ੍ਹਦੇ ਹੁੰਦੇ, ਪਰ ਜਦੋਂ ਉਹਨਾਂ ਨੇ ਮੁੱਖ ਮੰਤਰੀ ਬਣਨਾ ਸੀ ਉਹਨਾਂ ਨੇ ਪਗੜੀ ਧਾਰਨ ਕਰਨੀ ਸ਼ੁਰੂ ਕੀਤੀ, ਤੇ ਉਸ ਤੋਂ ਬਾਅਦ ਹੀ ਉਹਨਾਂ ਨੂੰ ਮੁੱਖ ਮੰਤਰੀ ਵਾਲਾ ਦਾਇਤਵ ਦਿੱਤਾ ਗਿਆ। ਹੁਣ ਤੁਸੀਂ ਕਦੀ ਨੰਗੇ ਸਿਰ ਨਹੀਂ ਉਹਨਾਂ ਨੂੰ ਦੇਖਿਆ ਹੋਊਗਾ। ਇਹ ਇੱਕ ਕਲਚਰ ਹੈ ਜੀ। ਅੱਜ ਵੀ ਉਹ ਭਗਵੰਤ ਮਾਨ ਹੀ ਨੇ। ਜਨਤਾ ਪਾਰਟੀ ਅੱਜ ਦੀ ਤਰੀਕ ਦੇ ਵਿੱਚ ਦੇਖੋ, ਮੈਂ ਪਿਛਲੀ ਟਰਮ ਦੇ ਵਿੱਚ ਪ੍ਰਦੇਸ਼ ਦਾ ਮਹਾ ਮੰਤਰੀ ਜਨਰਲ ਸੈਕਟਰੀ ਪੰਜਾਬ ਰਿਹਾ ਹਾਂ ਓਬੀਸੀ ਮੋਰਚੇ ਦਾ। ਐਸਾ ਨਹੀਂ ਹੈ, ਬੀਜੇਪੀ ਦੇ ਵਿੱਚ ਬੜੀਆਂ ਜ਼ਿੰਮੇਵਾਰੀਆਂ ਸਿੱਖਾਂ ਨੂੰ ਮਿਲਦੀਆਂ ਨੇ, ਔਰ ਬੜੀਆਂ ਵੱਡੀਆਂ ਅਹਿਮ ਜ਼ਿੰਮੇਵਾਰੀਆਂ ਮਿਲਦੀਆਂ ਨੇ, ਕੋਈ ਐਸੀ ਗੱਲ ਨਹੀਂ ਹੈ ਜੀ। ਇਹਦਾ ਮੈਂ ਉਮੀਦ ਕਰ ਸਕਦੇ ਹਾਂ ਡਿਸਕਲੋਜ਼ ਹੋ ਗਿਆ ਗੱਲਾਂ 'ਚ ਤੁਹਾਡੇ ਕੋਲੋਂ ਕਿ ਹੋ ਸਕਦਾ ਸਿੱਖ ਚਿਹਰਾ ਐਤਕੀ ਜਿਹੜਾ ਮੁੱਖ ਮੰਤਰੀ ਦਾ ਜਿਹੜਾ ਉਹ ਦਾਅਵਾ ਉਹ ਪੇਸ਼ ਕੀਤਾ ਜਾ ਸਕਦਾ ਮੁੱਖ ਮੰਤਰੀ ਵਜੋਂ ਆਉਣ ਵਾਲੀ ਅਗਲੀ ਇਲੈਕਸ਼ਨ ਤੱਕ। ਉਦੋਂ ਤੱਕ ਲਈ ਸਿੱਖ ਚਿਹਰੇ ਦੀ ਜਿਹੜੀ ਆ ਪ੍ਰੈਕਟਿਸ ਕਰਾ ਲਈ ਜਾਣੀ ਆ, ਧਿਆਨ ਆਕਰਸ਼ਿਤ ਕਰ ਲਿਆ ਜਾਣਾ, ਚਰਚਾ ਜਿਹੜੀ ਉਹ ਤੱਕ ਸ਼ੁਰੂ ਹੋ ਜਾਣੀ। ਚਲੋ ਆਪਾਂ ਥੋੜਾ ਹੁਣ ਇੱਕ ਹੋਰ ਜ਼ਿਕਰ ਕਰ ਲਈਏ, ਹਿੰਦੀ ਭਾਸ਼ਾ ਦੀ ਗੱਲ ਕਰ ਰਹੇ ਹਾਂ। ਹਿੰਦੀ ਬੋਲੀ, ਹਿੰਦੀ ਭਾਸ਼ਾ ਜਿਹੜੀ ਆ ਉਹ ਤਾਂ ਹੁਣ ਅਮਰੀਕਾ ਦੇ ਵਿੱਚ ਵੀ ਕਹਿੰਦੇ ਲੱਗੀ ਜੀ ਲੱਗਣ। 1000 ਸਕੂਲਾਂ ਦੇ ਵਿੱਚ ਹਿੰਦੀ ਭਾਸ਼ਾ ਦੀ ਪੜ੍ਹਾਈ ਜਿਹੜੀ ਆ ਸ਼ੁਰੂ ਕਰਵਾਈ ਜਾਣੀ ਆ।
ਰਾਸ਼ਟਰਪਤੀ ਜੋ ਬਾਈਡਨ ਨੂੰ ਇੱਕ ਜਿਹੜਾ ਉਹ ਮਤਾ ਸੌਂਪਿਆ ਗਿਆ ਅਮਰੀਕਾ ਦੇ ਸਕੂਲਾਂ ਦੇ ਵਿੱਚ ਹਿੰਦੀ ਪੜ੍ਹਾਉਣ ਵਾਸਤੇ। ਜਿਹੜੀ ਸੱਤਾਧਾਰੀ ਹੈਗੀ ਡੈਮੋਕ੍ਰੈਟਿਕ ਪਾਰਟੀ, ਉਹਦਾ ਸੰਗਠਨ ਹੈ ਏਸ਼ੀਆ ਸੁਸਾਇਟੀ, ਤੇ ਦੂਜਾ ਹੈਗਾ ਇੰਡੀਅਨ ਅਮਰੀਕਨ ਇੰਪੈਕਟ। ਦੋਨਾਂ ਨੇ ਕਹਿੰਦੇ ਜੀ ਇਹ ਮਤਾ ਪਾਇਆ ਕਿ 100 ਤੋਂ ਵਧੇਰੇ ਉਹਨਾਂ ਦੇ ਜਿਹੜੇ ਆ ਜਨ ਪ੍ਰਤੀਨਿਧੀ ਨਾਲ ਜੋ ਬਾਈਡਨ ਨੂੰ ਮਿਲੇ, ਤੇ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਘੱਟੋ ਘੱਟ 1000 ਸਕੂਲਾਂ ਵਿੱਚ ਅਸੀਂ ਹਿੰਦੀ ਦੀ ਪੜ੍ਹਾਈ ਕਰਵਾਉਣੀ ਚਾਹੁੰਦੇ ਹਾਂ। ਇਹ ਗੱਲ ਕਿੱਦਾਂ ਨੂੰ ਤੁਰ ਪਈ? ਸਾਡੇ ਪੰਜਾਬ ਦੇ ਵਿੱਚ ਤਾਂ ਹੁਣ ਤੱਕ ਅਸੀਂ ਲੱਗਦਾ ਸੀ ਕਿ ਜੇ ਪੰਜਾਬੀ ਮਾਂ ਬੋਲੀ ਨੂੰ ਕੋਈ ਚੁਣੌਤੀ ਆ, ਲਾ ਪਾ ਕੇ ਸਾਡੇ ਬੁਲਾਰੇ ਕਹਿੰਦੇ ਹੁੰਦੇ ਸੀ ਜੀ ਅੰਗਰੇਜ਼ੀ ਦੀ ਕੋਈ ਗੱਲ ਨਹੀਂ, ਸਾਨੂੰ ਖਤਰਾ ਹਿੰਦੀ ਤੋਂ ਹੀ ਆ, ਕਿਉਂਕਿ ਉਹ ਸਾਡੇ ਕਰੀਬ ਨੇੜੇ ਆ ਤੇ ਉਹ ਭਾਸ਼ਾ ਨੇ ਸਾਡੀ ਪੰਜਾਬੀ ਨੂੰ ਖਾ ਜਾਣਾ। ਪਰ ਇਹ ਤਾਂ ਹੁਣ ਜਿਹੜੀ ਹਿੰਦੀ ਆ ਇਹ ਤਾਂ ਅਮਰੀਕਾ ਵਿੱਚ ਵੀ ਚੱਲ ਗਈ, ਤੇ ਅਮਰੀਕੀਆਂ ਦੀ ਅੰਗਰੇਜ਼ੀ ਨੂੰ ਕੋਈ ਖਤਰਾ ਤਾਂ ਨਹੀਂ ਪੈਦਾ ਹੋ ਜੂ? ਕਮਰ ਮੰਜ਼ਿਲ ਜੀ। ਸੰਧੂ ਸਾਹਿਬ, ਦੁਨੀਆ ਦੀ ਤੀਜੀ ਆਰਥਿਕ ਸ਼ਕਤੀ ਹਿੰਦੁਸਤਾਨ ਬਣ ਚੁੱਕਾ ਹੈ, ਔਰ ਮੈਂ ਇੱਕ ਬੇਨਤੀ ਕਰਾਂ, ਅਮਰੀਕਾ ਇੱਕ ਉਹ ਕੰਟਰੀ ਹੈ ਜਿਹੜੀ ਹਮੇਸ਼ਾ ਤਾਕਤ ਨਾਲ ਜੁੜ ਕੇ ਰਹਿਣਾ ਚਾਹੁੰਦੀ ਹੈ ਜਾਂ ਤਾਕਤ ਨੂੰ ਆਪਣੇ ਨਾਲ ਜੋੜ ਕੇ ਰੱਖਣਾ ਚਾਹੁੰਦੀ ਹੈ, ਔਰ ਭਾਰਤ ਆਉਣ ਵਾਲੀ ਵਰਲਡ ਦੀ ਸਭ ਤੋਂ ਵੱਡੀ ਤਾਕਤ ਦੇ ਰੂਪ ਦੇ ਵਿੱਚ ਵਿਚਰ ਰਿਹਾ, ਔਰ ਉਹਨਾਂ ਨੂੰ ਭਾਸ਼ਾ ਦੇ ਵਿੱਚ ਇੱਕ ਸਿਸਟਮ ਸੈੱਟ ਕਰਨ ਵਾਸਤੇ ਜਾਂ ਆਪਣੇ ਲੋਕਾਂ ਦਾ ਤਾਲਮੇਲ ਹਿੰਦੁਸਤਾਨੀਆਂ ਨਾਲ ਵਧੀਆ ਬਣਾਉਣ ਵਾਸਤੇ ਉਹਨਾਂ ਨੇ ਸੈਕੰਡ ਲੈਂਗੁਏਜ ਨੂੰ ਹਿੰਦੀ ਦੇ ਰੂਪ ਦੇ ਵਿੱਚ ਉੱਥੇ ਲਾਗੂ ਕੀਤਾ ਵਾ। 1000 ਸਕੂਲਾਂ ਦੇ ਵਿੱਚ ਉਹਨਾਂ ਨੇ ਜਿਹੜੀ ਇਹਦੀ ਸ਼ੁਰੂਆਤ ਜਿਹੜੀ ਆ ਜੋ ਬਾਈਡਨ ਜਿਹੜੇ ਉਹਨਾਂ ਦੇ ਰਾਸ਼ਟਰਪਤੀ ਨੇ ਉਹਨਾਂ ਨੇ ਕਰ ਦਿੱਤੀ ਆ, ਔਰ ਇਹ ਹਿੰਦੁਸਤਾਨ ਵਾਸਤੇ ਬੜੇ ਫਖਰ ਦੀ ਔਰ ਮਾਣ ਦੀ ਗੱਲ ਹੈ। ਜਿਹੜੀ ਆਪਾਂ ਹਿੰਦੀ ਦੀ ਗੱਲ ਕਰਦੇ ਹਾਂ, ਹਿੰਦੀ ਸਾਡੇ ਦੇਸ਼ ਦੀ ਉਹ ਭਾਸ਼ਾ ਵਾ ਜਿਹੜੀ ਸਾਨੂੰ ਸਾਰੇ ਦੇਸ਼ ਨਾਲ ਜੋੜਦੀ ਹੈ, ਤੇ ਇਸ ਲਈ ਪੰਜਾਬੀ ਅਸੀਂ ਵੀ ਚਲੋ ਜਿੱਦਾਂ ਦੀ ਟੁੱਟੀ ਫੁੱਟੀ ਸਾਡੀ ਵੀ ਹਿੰਦੀ ਅਸੀਂ ਬੋਲਦੇ ਹਾਂ, ਔਰ ਸਾਡੀ ਇਹ ਭਾਸ਼ਾ ਦੇ ਨਾਲ ਜੁੜੀ ਹੈ। ਤੁਸੀਂ ਦੇਸ਼ ਦੇ ਕਿਸੇ ਵੀ ਕੋਨੇ 'ਚ ਚਲੇ ਜਾਓ, ਹਿੰਦੀ ਤੁਹਾਨੂੰ ਇੱਕ ਭਾਸ਼ਾ ਦੇ ਰੂਪ ਦੇ ਵਿੱਚ ਸੰਪਰਕ ਦਾ ਮਾਧਿਅਮ ਮਿਲਦਾ ਵਾ। ਹਰ ਜਗ੍ਹਾ ਦੇ ਉੱਤੇ ਜਾ ਕੇ ਅਸੀਂ ਹਿੰਦੀ 'ਚ ਗੱਲ ਕਰਕੇ ਆਪਣੇ ਗੱਲ ਰੱਖ ਸਕਦੇ ਹਾਂ, ਤੇ ਇਸ ਕਰਕੇ ਹਿੰਦੁਸਤਾਨ ਦੀ ਜਿਹੜੀ ਹਿੰਦੀ ਆ ਉਹ ਸਾਡੀ ਇੱਕ ਰਾਸ਼ਟਰ ਨੂੰ ਜੋੜਨ ਵਾਲੀ ਭਾਸ਼ਾ ਆ, ਤੇ ਇਹ ਪੰਜਾਬੀ ਨੂੰ ਇਹਦੇ ਤੋਂ ਕੋਈ ਖਤਰਾ ਨਹੀਂ। ਪੰਜਾਬੀ ਦੇ ਸਾਡੀ ਮਾਂ ਬੋਲੀ ਆ, ਉਹ ਸਾਡੇ ਖੂਨ 'ਚ ਆ, ਉਹ ਸਾਨੂੰ ਸਿਖਾਉਣ ਦੀ ਲੋੜ ਨਹੀਂ, ਉਹ ਤੇ ਸਾਡੇ ਖੂਨ 'ਚ ਹੀ ਆ। ਜਿਹੜੀ ਗੱਲ ਰਹੀ ਵਰਲਡ ਲੈਵਲ ਦੇ ਉੱਤੇ, ਜੇ ਹਿੰਦੀ ਲਾਗੂ ਹੁੰਦੀ ਆ ਤੇ ਉਹ ਸਾਡੇ ਦੇਸ਼ ਦਾ ਮਾਨ ਸਨਮਾਨ ਔਰ ਗੌਰਵ ਵਧਾਉਂਦੀ ਹੈ ਜੀ। ਮਿੱਤਰੋ ਜੀ, ਗੱਲ ਜਾਂਦੇ ਜਾਂਦੇ ਪ੍ਰੋਗਰਾਮ ਦਾ ਸਮਾਂ ਹੋ ਗਿਆ। ਇੱਕ ਲੇਕਿਨ ਮੁੱਦਾ ਜ਼ਰੂਰ ਵਿਚਾਰਨ ਵਾਲਾ ਉਹ ਇਹ ਹੈ ਕਿ ਪੰਜਾਬ ਦੇ ਵਿੱਚ ਚੱਲ ਰਹੀ ਆ ਮੁਫਤ ਬਿਜਲੀ ਵਾਲੀ ਸਕੀਮ। ਮੁਫਤ ਬਿਜਲੀ ਵਾਲੀ ਜਿਹੜੀ ਯੋਜਨਾ ਉਹਨੂੰ ਆ 1 ਸਾਲ ਪੂਰਾ ਹੋ ਗਿਆ, ਤੇ ਉਹਦੇ ਵਿੱਚ ਇੱਕ ਵਿਸ਼ਲੇਸ਼ਣ ਆਇਆ ਕਿ ਹਰ ਮਹੀਨੇ 300 ਯੂਨਿਟ ਬਿਜਲੀ ਲੈਣ ਵਾਸਤੇ ਬਹੁਤ ਸਾਰੇ ਲੋਕ ਨੇ 3.32 ਲੱਖ ਜਿਹੜੇ ਆ ਨਵੇਂ ਕਨੈਕਸ਼ਨ ਲੈ ਲਏ ਲੋਕਾਂ ਨੇ। ਘਰਾਂ 'ਚ 2-2 ਮੀਟਰ ਲਵਾ ਕੇ ਖਪਤ ਕੀਤੀ ਜਾ ਰਹੀ ਹੈ, ਜਿਹਦੇ ਨਾਲ ਜਿਹੜੀ ਬਿਜਲੀ ਦੀ ਖਪਤ ਹੈ ਉਹ ਵੀ 296 ਕਰੋੜ ਯੂਨਿਟ ਵੱਧ ਗਈ ਹੈ। ਫ੍ਰੀ ਬਿਜਲੀ ਵਾਸਤੇ ਲੋਕਾਂ ਨੇ ਇੱਕ ਘਰ 'ਚ 2-2 ਕਨੈਕਸ਼ਨ ਲੈ ਲਏ, ਤੇ ਸਰਕਾਰ ਉੱਤੇ 425 ਕਰੋੜ ਰੁਪਏ ਦਾ ਬੋਝ ਵੱਧ ਗਿਆ। ਖਪਤਕਾਰ ਤੇ ਜਿਹੜੇ ਖੁਸ਼ ਨੇ, ਪਰ ਇੱਕ ਘਰ ਦੇ ਵਿੱਚ 2-2 ਮੀਟਰ ਲੋਕਾਂ ਨੇ ਲਵਾ ਕੇ ਇਹ ਜਿਸ ਤਰੀਕੇ ਨਾਲ ਜਿਹੜੀ ਇਹਦਾ ਯੋਜਨਾ ਦਾ ਲਾਭ ਲਿਆ, ਉਹਨੂੰ ਕਿਵੇਂ ਦੇਖਦੇ ਤੁਸੀਂ? ਸੰਧੂ ਸਾਹਿਬ, ਇਹ ਜਿਹੜਾ 300 ਯੂਨਿਟ ਬਿਜਲੀ ਵਾਲਾ ਪ੍ਰੋਗਰਾਮ ਹੈ ਸਰਕਾਰ ਦਾ, ਇਹਦੇ 'ਚ ਕੋਈ ਦੋ ਰਾਏ ਨਹੀਂ ਹੈ ਕਿ ਲੋਕਾਂ ਨੂੰ ਇਸ ਦਾ ਬਹੁਤ ਲਾਭ ਮਿਲ ਰਿਹਾ, ਲੋਕ ਇਸ ਦਾ ਭਰਪੂਰ ਲਾਭ ਲੈ ਰਹੇ ਨੇ। ਪਰ ਗੱਲ ਫਿਰ ਘੁੰਮ ਕੇ ਉੱਥੇ ਆ ਜਾਂਦੀ ਹੈ ਕਿ ਕੀ ਇਹ ਲਾਭ ਪੰਜਾਬ ਦੀ ਆਰਥਿਕ ਸਥਿਤੀ ਦੇ ਵਿੱਚੋਂ ਕੱਢ ਕੇ ਲੋਕਾਂ ਨੂੰ ਦਿੱਤਾ ਜਾਏਗਾ, ਜਾਂ ਪੰਜਾਬ ਦੇ ਉੱਤੇ ਕਰਜ਼ੇ ਦਾ ਬੋਝ ਹੋਰ ਵੱਧ ਜਾਏਗਾ ਔਰ ਇਹ ਲਾਭ ਲੋਕਾਂ ਨੂੰ ਦਿੱਤਾ ਜਾਏਗਾ। ਅਗਰ ਤਾਂ ਪੰਜਾਬ ਦੇ ਵਿੱਚ ਸੱਤਾਰੂੜ ਪਾਰਟੀ ਆਮ ਆਦਮੀ ਪਾਰਟੀ ਦੀ ਸਰਕਾਰ, ਮਾਨਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਅਗਰ ਤਾਂ ਕੋਈ ਐਸਾ ਪ੍ਰੋਜੈਕਟ ਤਿਆਰ ਕਰਦੇ ਆ ਕਿ ਕਰਪਸ਼ਨ ਬੰਦ ਕਰਕੇ ਜਾਂ ਹੋਰ ਸਿਸਟਮ ਜਿਹੜੀਆਂ ਉਹਨਾਂ ਨੂੰ ਡਿਵੈਲਪ ਕਰਕੇ ਪੰਜਾਬ ਦੇ ਲੋਕਾਂ ਨੂੰ ਲਾਭ ਦਿੰਦੇ ਹੋਏ ਪੰਜਾਬ ਦੇ ਉੱਤੇ ਕਰਜ਼ਾ ਨਹੀਂ ਵਧਾਉਂਦੇ, ਔਰ ਜਿਸ ਤਰ੍ਹਾਂ ਗੱਲ ਕੀਤੀ ਸੀ ਸੱਤਾ ਦੇ ਵਿੱਚ ਆਉਣ ਤੋਂ ਪਹਿਲਾਂ ਕਿ ਅਸੀਂ ਪੰਜਾਬ ਨੂੰ ਕਰਜ਼ਾ ਮੁਕਤ ਕਰਾਂਗੇ, ਜਿਹੜਾ 3 ਲੱਖ ਕਰੋੜ ਰੁਪਏ ਦਾ ਕਰਜ਼ਾ ਪੰਜਾਬ ਦੇ ਵਿੱਚ ਸੀ ਉਸ ਟਾਈਮ ਦੇ ਉੱਤੇ, ਅਗਰ ਤਾਂ ਉਹ ਕਰਜ਼ਾ ਘਟਦਾ ਹੈ ਤਾਂ ਮੈਂ ਸਮਝਦਾ ਕਿ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਔਰ ਮਾਨਯੋਗ ਭਗਵੰਤ ਸਿੰਘ ਮਾਨ ਜੀ ਔਰ ਅਰਵਿੰਦ ਕੇਜਰੀਵਾਲ ਜੀ ਦੀ ਇਹ ਬੜੀ ਵੱਡੀ ਉਪਲਬਧੀ ਹੋਊਗੀ, ਔਰ ਅਸੀਂ ਇਹਨਾਂ ਦਾ ਧੰਨਵਾਦ ਕਰਾਂਗੇ।
ਲੇਕਿਨ ਜੇ ਇਹ ਕਰਜ਼ਾ ਦਿਨ ਪ੍ਰਤੀ ਦਿਨ ਵੱਧਦਾ ਜਾਂਦਾ ਹੈ ਪੰਜਾਬ ਦੇ ਉੱਤੇ ਔਰ ਲੋਕਾਂ ਨੂੰ ਫ੍ਰੀ ਦੀਆਂ ਸਹੂਲਤਾਂ ਦੇ ਕੇ ਸੱਤਾ ਦੇ ਵਿੱਚ ਇਹ ਬਣੇ ਰਹਿੰਦੇ ਨੇ ਔਰ ਅੱਗੇ ਵੀ ਬਣਨ ਦੀਆਂ ਕੋਸ਼ਿਸ਼ਾਂ ਕਰਦੇ ਨੇ, ਤਾਂ ਮੈਂ ਸਮਝਦਾ ਕਿ ਇਹ ਸਰਕਾਰ ਦਾ ਬਹੁਤ ਵੱਡਾ ਫੇਲਿਅਰ ਹੋਗਾ। ਔਰ ਰਹੀ ਗੱਲ ਲੋਕਾਂ ਦੀ ਲਾਭ ਲੈਣ ਦੀ, ਜਦੋਂ ਕਿਤੇ ਸਰਕਾਰ ਤੋਂ ਲਾਭ ਮਿਲਦਾ ਹੈ ਤਾਂ ਲੋਕਾਂ ਨੇ ਤਾਂ ਲਾਭ ਲੈਣਾ ਹੀ ਹੈ। ਸੋ ਇਸ ਕਰਕੇ ਮੈਂ ਖਬਰ ਦੇਖ ਰਿਹਾ ਸੀ ਕਿ ਅੱਜ ਦੀ ਡੇਟ ਦੇ ਵਿੱਚ 5500 ਕਰੋੜ ਰੁਪਏ ਦਾ ਜਿਹੜਾ ਕਰਜ਼ਾ ਉਹ ਬਿਜਲੀ ਬੋਰਡ ਦੇ ਉੱਤੇ, ਪਾਵਰਕਾਮ ਦੇ ਉੱਤੇ ਇਸ ਟਾਈਮ ਹੋ ਗਿਆ ਹੋਇਆ, ਤੇ ਜਦ ਕਿ ਇਹ ਬਹੁਤ ਵੱਡਾ ਕਰਜ਼ਾ ਆ। ਮੈਂ ਸਮਝਦਾ ਕਿ ਇਸ ਕਰਜ਼ੇ ਨੂੰ ਘਟਾਉਣ ਵਾਲੇ ਪਾਸੇ ਨੂੰ ਜ਼ਰੂਰ ਦੇਖਣਾ ਚਾਹੀਦਾ। ਪਿਛਲੀ ਸਰਕਾਰ ਦਾ ਲਿਆ ਹੋਇਆ ਕਰਜ਼ਾ ਜਿਹੜਾ ਸੀਗਾ ਪਾਵਰਕਾਮ ਦੇ ਉੱਤੇ, ਉਹ ਹਾਲੇ ਸਟਿਲ ਉੱਥੇ ਦਾ ਉੱਥੇ ਹੀ ਖੜਾ ਆ, ਤੇ ਇਸ ਕਰਕੇ ਪੰਜਾਬ ਸਰਕਾਰ ਦਾ ਕੁੱਲ ਕਰਜ਼ਾ ਉਹ ਬਹੁਤ ਵੱਡਾ ਕਰਜ਼ਾ ਜਿਹੜਾ ਹੋ ਰਿਹਾ। ਇਸ ਕਰਕੇ ਉਹਦੇ ਵੱਲ ਜ਼ਰੂਰ ਧਿਆਨ ਦੇਣ ਦੀ ਲੋੜ ਹੈ ਤੇ ਇਹਨੂੰ ਨਾਲ ਦੀ ਨਾਲ ਪੰਜਾਬ ਨੂੰ ਕਰਜ਼ਾ ਮੁਕਤ ਕਿੱਦਾਂ ਕੀਤਾ ਜਾਵੇ, ਇਹਨਾਂ ਚੀਜ਼ਾਂ ਦੇ ਉੱਤੇ ਜ਼ਰੂਰ ਧਿਆਨ ਦੇਣ ਦੀ ਲੋੜ ਹੈ ਜੀ। ਕਮਰ ਮੰਜ਼ਲ ਜੀ, ਮਹਿੰਦਰੋ ਜੀ ਗੱਲ ਕਰ ਰਹੇ ਸੀ 5500 ਕਰੋੜ ਦੀ। ਕਹਿੰਦੇ ਜੀ ਪਹਿਲਾਂ ਪਾਵਰਕਾਮ ਜਿਹੜਾ ਨਾ ਘਰੇਲੂ ਖਪਤਕਾਰਾਂ ਕੋਲ 5500 ਕਰੋੜ ਰੁਪਏ ਦੇ ਬਿੱਲ ਦੇ ਰੂਪ ਵਿੱਚ ਵਸੂਲ ਕਰਦੀ ਸੀ। 300 ਯੂਨਿਟ ਜਿਹੜੀ ਬਿਜਲੀ ਦੀ ਮੁਫਤ ਯੋਜਨਾ ਆਈ ਹੈ ਉਹ ਸਬਸਿਡੀ ਦੇ ਤੌਰ ਤੇ ਉਹਨਾਂ ਨੂੰ ਮਿਲਣੀ ਸ਼ੁਰੂ ਹੋ ਗਈ ਹੈ, ਤੇ ਇਸ ਵਾਰ ਕਹਿੰਦੇ 1 ਸਾਲ ਦੇ ਵਿੱਚ ਵਿਭਾਗ 890 ਕਰੋੜ ਰੁਪਏ ਦੀ ਦੇਣਦਾਰੀ ਉਹਦੀ ਵੱਧ ਗਈ ਹੈ। ਦੂਜੇ ਪਾਸੇ ਗੱਲ ਕਰ ਰਹੇ ਹਾਂ ਸਰਕਾਰ ਤੇ ਅਸਰ ਦੀ ਗੱਲ, 33000 ਕਰੋੜ ਰੁਪਏ ਦਾ ਪ੍ਰਬੰਧ ਕਰਨਾ ਪਊ 5 ਸਾਲਾਂ ਵਿੱਚ ਕਿ ਜੇ ਸਕੀਮ ਜਿਹੜੀ ਆ ਜਾਰੀ ਰੱਖਣੀ ਹੈ। ਕਰਜ਼ਿਆਂ ਦੀ ਇੱਕ ਪਾਸੇ ਗੱਲ ਹੈ, ਕਰਜ਼ਿਆਂ ਨੂੰ ਮਹਿੰਦਰੋ ਜੀ ਘਟਾਉਣ ਦੀ ਗੱਲ ਕਰ ਰਹੇ ਨੇ, ਪਰ ਦੂਜੇ ਪਾਸੇ 33000 ਕਰੋੜ ਰੁਪਏ ਦਾ ਵਾਧੂ ਪ੍ਰਬੰਧ ਕਰਨਾ ਪਊ ਜੇ 300 ਯੂਨਿਟ ਬਿਜਲੀ ਦੇਣੀ ਹੈ, ਹਰ ਇੱਕ ਨੂੰ ਫ੍ਰੀ ਬਣਾਉਣੀ ਹੈ। 1 ਸਾਲ ਹੋ ਗਿਆ, ਇਹ 5 ਸਾਲ ਲਗਾਤਾਰ ਚਲਾਉਣੀ ਹੈ ਤੇ ਵਾਧੂ ਪ੍ਰਬੰਧ ਕਰਨੇ ਪੈਣਗੇ। ਨਾਲ ਦੇ ਨਾਲ ਸਮਾਜ ਦੇ ਵਿੱਚ ਵੀ ਆਪਾਂ ਗੱਲ ਕਰਨੀ ਚਾਹਾਂਗੇ ਕਿ ਸਮਾਜ ਦੇ ਅਸਰ ਕਿਵੇਂ ਪੈ ਰਿਹਾ। ਜਿਵੇਂ ਆਪਾਂ ਗੱਲ ਕਰ ਰਹੇ ਇੱਕ ਅੱਜ 2-2 ਮੀਟਰ ਲੋਕਾਂ ਨੇ ਲਵਾ ਲਿਆ, ਪਰ ਨਾਲ ਦੇ ਨਾਲ ਦੂਜੇ ਪਾਸੇ ਅੰਕੜੇ ਵੀ ਦੱਸਦੇ ਆ ਕਿ 300 ਯੂਨਿਟ ਜਦੋਂ ਬਿਜਲੀ ਦੀ ਖਪਤ ਵਾਲਾ ਕੰਮ ਆਇਆ ਨਾ, ਲੋਕਾਂ ਨੇ ਉਸ ਵਿੱਚ ਰਹਿਣ ਵਾਸਤੇ ਤੇ ਉਹਨਾਂ ਨੇ ਆਪਣੇ ਮੀਟਰਾਂ ਨਾਲ ਵੀ ਛੇੜਛਾੜ ਸ਼ੁਰੂ ਕਰਤੀ। ਚੋਰੀ ਦਾ ਮਾਮਲੇ ਵੀ ਕਹਿੰਦੇ ਜੀ 48% ਵੱਧ ਗਿਆ। ਇਹ ਕੀ ਇਹਦਾ ਨਤੀਜਾ ਨਿਕਲਿਆ? ਇਹ ਕਿਹੜੇ ਪਾਸੇ ਨੂੰ ਗੱਲ ਜਾਂਦੀ ਹੈ? ਲੋਕਾਂ ਨੂੰ ਰਾਹਤ ਦੇਣ ਦੀ ਕੋਸ਼ਿਸ਼ ਕੀਤੀ ਸੀ, ਮੈਨੂੰ ਲੱਗਦਾ ਲੋਕੀ ਕੁਝ ਜ਼ਿਆਦਾ ਰਾਹਤ ਲੈਣ ਦੇ ਮੂਡ ਵਿੱਚ ਨਜ਼ਰ ਆ ਰਹੇ ਆ। ਉਹਦੇ ਵਾਸਤੇ ਭਾਵੇਂ ਚੋਰੀ ਕਰਨੀ ਪਵੇ, ਚਾਹੇ ਨਿਯਮਾਂ ਤੋਂ ਬਾਹਰ ਜਾਣਾ ਪਵੇ, ਚਾਹੇ 2-2 ਮੀਟਰ ਲਵਾਉਣੇ ਪੈਣ, ਚਾਹੇ ਕੁਝ ਕਰਨਾ ਪਵੇ। ਮੀਟਰ ਹੁਣ ਇਹ ਆਦਤ ਬਣ ਗਈ ਲੋਕਾਂ ਦੀ ਕਿ ਕਿਸੇ ਵੀ ਹਾਲਤ ਵਿੱਚ ਜਿਹੜਾ ਬਿਜਲੀ ਦਾ ਬਿੱਲ ਉਹ ਅਦਾ ਨਹੀਂ ਕਰਨਾ। ਕਿਵੇਂ ਦੇਖਦੇ ਕਮਰ ਮੰਜ਼ਲ ਜੀ? ਸੰਧੂ ਸਾਹਿਬ, ਘਬਰਾਉਣ ਦੀ ਕੋਈ ਲੋੜ ਨਹੀਂ। ਆਮ ਆਦਮੀ ਪਾਰਟੀ ਕੋਲ ਇੱਕ ਬਹੁਤ ਵੱਡਾ ਜਾਦੂਗਰ ਹੈਗਾ, ਉਹਦਾ ਨਾਮ ਹੈਗਾ ਸ਼੍ਰੀ ਅਰਵਿੰਦ ਕੇਜਰੀਵਾਲ। ਉਹਨੇ ਉਹ ਜਾਦੂ ਚਲਾਉਣਾ ਵਾ, ਤੁਹਾਡੇ ਕਰਜ਼ੇ ਵੀ ਖਤਮ ਕਰ ਦੇਣੇ ਆ। ਉਹਨੇ ਨਾ ਸਾਰੇ ਫਾਰਮੂਲੇ ਬਣਾ ਕੇ ਰੱਖੇ। ਪਤਾ ਨਹੀਂ ਟਾਈਮ ਨਹੀਂ ਲੱਗ ਰਿਹਾ ਪੰਜਾਬ ਵਾਸਤੇ, ਉਹਨਾਂ ਨੂੰ ਦਿੱਲੀ 'ਚ ਬੜੇ ਮਸਰੂਫ ਨੇ। ਉਹਨਾਂ ਨੇ ਇਲੈਕਸ਼ਨ ਤੋਂ ਪਹਿਲਾਂ ਇਹ ਸਾਰੀਆਂ ਚੀਜ਼ਾਂ ਦੇ ਫਾਰਮੂਲੇ ਪੰਜਾਬੀਆਂ ਨੂੰ ਦੇ ਦਿੱਤੇ ਹੋਏ ਨੇ। ਮੈਂ ਇੰਨੇ 1000 ਕਰੋੜ ਰੁਪਇਆ ਰੇਤ ਚੋਂ ਮਹੀਨੇ ਦਾ ਕੱਢ ਲੈਣਾ ਵਾ, ਇੰਨੇ 100 ਕਰੋੜ ਰੁਪਇਆ ਮੈਂ ਸ਼ਰਾਬ ਚੋਂ ਕੱਢ ਲੈਣਾ ਵਾ। ਉਹ ਫਾਰਮੂਲੇ ਇਹਨਾਂ ਕੋਲ ਹੈਗੇ ਨੇ, ਪਰ ਅਜੇ ਉਹ ਲਾਗੂ ਨਹੀਂ ਕਰ ਰਹੇ। ਅਜੇ ਥੋੜਾ ਜਿਹਾ ਦੇਖ ਰਹੇ ਨੇ, ਤੇਲ ਦੇਖ ਰਹੇ ਨੇ, ਉਹਦੀ ਧਾਰ ਦੇਖ ਰਹੇ ਨੇ। ਉਹ ਮਾਲਕੋ ਕੀ ਕਰਦੀ ਪਈ ਆਮ ਆਦਮੀ ਪਾਰਟੀ? ਇਹ ਕਰਜ਼ਾ ਘਟਾਉਣ ਦੀ ਗੱਲ ਕਰਕੇ ਆਏ ਸੀ ਕਿ ਕਰਜ਼ਾ ਵੱਧ ਰਿਹਾ, ਕੋਈ ਪੰਜਾਬ ਦਾ ਭਲਾ ਨਹੀਂ ਹੋ ਰਿਹਾ। 33000 ਕਰੋੜ ਰੁਪਇਆ ਬਿਜਲੀ ਦਾ ਇਹਨਾਂ ਦਾ 5 ਸਾਲ ਦੇ ਵਿੱਚ ਸਬਸਿਡੀ ਬਣਨੀ ਆ। ਇਹਨਾਂ ਦੇ ਰਿਸੋਰਸ ਕੀ ਨੇ, ਇਹਨਾਂ ਨੇ ਕਿੱਥੋਂ ਦੇਣਾ? ਸੰਧੂ ਸਾਹਿਬ, ਤਰੀਕਾ ਜਿਹੜਾ ਸੀਗਾ ਨਾ ਉਹ ਇਹ ਸੀਗਾ ਵੀ ਅਸੀਂ ਜਿਹੜੀ 12 ਰੁਪਏ 10 ਰੁਪਏ 11 ਰੁਪਏ ਯੂਨਿਟ ਬਿਜਲੀ ਆ ਉਹ ਤੁਹਾਨੂੰ ਮਾਤਰ 5 ਰੁਪਏ ਯੂਨਿਟ ਦੇਵਾਂਗੇ। 6 ਰੁਪਏ ਫ੍ਰੀ ਦੇਣਾ ਕਿਸੇ ਮਸਲੇ ਦਾ ਹੱਲ ਨਹੀਂ, ਉਹਨੂੰ ਸਸਤੀ ਕਰਕੇ ਦਿਓ, ਹਰ ਬੰਦੇ ਨੂੰ ਉਹਦੀ ਸਹੂਲਤ ਹੋਵੇ। ਆਪਾਂ ਜਿਹੜਾ ਤਰੀਕਾ ਅਪਣਾਣੇ ਪਏ ਨਾ ਫ੍ਰੀ, ਇਹ ਲਾਲਚ, ਇੱਕ ਲੋਲੀਪੌਪ। ਮੇਰੀ ਇਲੈਕਸ਼ਨ ਕਮਿਸ਼ਨ ਨੂੰ ਵੀ ਇਹ ਬੇਨਤੀ ਹੈ, ਕੋਈ ਵੀ ਚੋਣ ਮਨੋਰਥ ਪੱਤਰ ਬਣਦਾ ਵਾ ਜਿਹਦੇ ਵਿੱਚ ਇਹੋ ਜਿਹੀਆਂ ਲੁਭਾਵਨੇ ਵਾਅਦੇ ਦਿਖਾਏ ਜਾਂਦੇ ਨੇ, ਉਸ ਪਾਰਟੀ ਕੋਲੋਂ ਉਹਦਾ ਰਿਸੋਰਸ ਜ਼ਰੂਰ ਪੁੱਛਣਾ ਚਾਹੀਦਾ ਵਾ ਵੀ ਤੁਹਾਡੇ ਕੋਲ ਕੀ ਰਿਸੋਰਸ, ਤੁਹਾਡੇ ਕੋਲ ਨਿੱਜੀ ਪਾਰਟੀ ਕੋਲ ਇੰਨਾ ਪੈਸਾ ਹੈਗਾ ਕਿ ਤੁਸੀਂ ਇਹ ਬਿੱਲ ਜਿਹੜੇ ਲੋਕਾਂ ਨੇ ਮਾਫ ਕਰ ਦਿਓਗੇ? ਇਹ ਮੇਰਾ ਇਹ ਮੰਨਣਾ ਵਾ, ਫ੍ਰੀ ਦੇਣਾ ਪੰਜਾਬੀਆਂ ਦੇ ਹੱਡਾਂ 'ਚ ਪਾਰਾ ਪਾਉਣ ਵਾਲੀਆਂ ਖੇਡਾਂ ਨੇ। ਇਹ ਜਿਹੜੀ ਚੀਜ਼ ਆ ਤੁਰੰਤ ਤੌਰ ਤੇ ਬੰਦ ਕਰਕੇ ਲੋਕਾਂ ਨੂੰ ਸਸਤੀ ਬਿਜਲੀ ਦੇਣੀ ਚਾਹੀਦੀ ਹੈ। ਬਿੱਲ ਹਰ ਬੰਦਾ ਪੇ ਕਰੇ, ਜ਼ਰੂਰੀ ਨਹੀਂ ਕਿ ਮੈਂ 10,000 ਰੁਪਏ ਪੇ ਕਰਦਾ, ਜੇ ਮੇਰੇ 5,000 ਬਿੱਲ ਆਏਗਾ ਤੇ ਮੈਂ ਦੇ ਦਿਆਂਗਾ, ਕੋਈ ਐਸੀ ਗੱਲ ਨਹੀਂ ਹੈਗੀ। ਤੇ ਜਿਹਦਾ ਜੇ 1000 2000 ਆਉਂਦਾ ਉਹਨੂੰ 500 ਆਏਗਾ ਉਹ ਵੀ ਦੇ ਦੇਗਾ। ਪਰ ਜੇ ਤੁਸੀਂ ਕਹੋਗੇ ਅਸੀਂ ਬਿਲਕੁਲ ਫ੍ਰੀ ਦੇਣੀ ਆ ਤੇ ਉਹ ਕਿਸੇ ਵੀ ਮਾਪਦੰਡ ਦੇ ਵਿੱਚ ਸਿਸਟਮ 'ਚ ਫਿੱਟ ਬੈਠਣੀ ਨਹੀਂ। ਇਹ ਸਰਕਾਰ ਦਾ ਪੰਜਾਬ ਦਾ ਪੂਰਾ ਨੁਕਸਾਨ ਕਰਨ ਵਾਲੀਆਂ ਗੱਲਾਂ ਨੇ।
ਮੈਂ ਇਹਦੇ ਨਾਲ ਬਿਲਕੁਲ ਵੀ ਸਹਿਮਤ ਨਹੀਂ। ਔਰ ਇਹਨਾਂ ਕੋਲ ਕੋਈ ਰਿਸੋਰਸ ਨਹੀਂ, ਇਹ ਪਤਾ ਨਹੀਂ ਕਿੱਦਾਂ ਇਹ ਕਮਾਈ ਜਾ ਰਹੇ ਨੇ ਚੱਕਰੀ, ਪਰ ਇਹ ਇੱਕ ਨਾ ਇੱਕ ਦਿਨ ਚੱਕਰੀ ਰੁਕ ਜਾਣੀ ਆ। ਤੇ ਜਾਂ ਫਿਰ 3 ਲੱਖ ਕਰੋੜ ਦਾ ਕਰਜ਼ਾ ਹੈ, ਜਦੋਂ ਇਹ ਸਰਕਾਰ ਪੰਜਾਬ ਦੀ ਛੱਡਣਗੇ ਤੇ 5 ਲੱਖ ਕਰੋੜ ਦਾ ਕਰਜ਼ਾ ਕਰਕੇ ਜਾਣਗੇ। ਇਹੋ ਕੁਛ ਹੀ ਆ। ਤੇ ਜੇ ਅਸੀਂ ਇਹਨਾਂ ਦੇ ਵਾਅਦਿਆਂ ਤੇ ਯਕੀਨ ਕਰਕੇ ਤੇ ਇਹਨਾਂ ਨੂੰ ਵੋਟਾਂ ਪਾ ਦਿੱਤੀਆਂ ਨੇ, ਤੇ ਇਹਨਾਂ ਦਾ ਵੀ ਫਰਜ਼ ਬਣਦਾ ਵਾ ਕਿ ਜਿਹੜੇ ਫਾਰਮੂਲੇ ਇਹਨਾਂ ਨੇ ਸਾਨੂੰ ਦਿੱਤੇ ਸੀਗੇ। ਅੱਜ ਰੇਤ ਦੀ ਖੱਡਾਂ ਦੀ ਇਹ ਗੱਲ ਕਰਦੇ ਸੀ ਵੀ ਇੰਨੇ 1000 ਕਰੋੜ ਰੁਪਏ, ਅੱਜ 1.25 ਸਾਲ ਹੋ ਗਏ ਰੇਤ ਦੀ ਖੱਡਾਂ ਦੀ ਗੱਲ ਕਿਉਂ ਨਹੀਂ ਦੁਬਾਰਾ ਹੋ ਰਹੀ? ਸ਼ਰਾਬ ਨੀਤੀ ਦੀ ਇਹਨਾਂ ਨੇ ਗੱਲ ਕੀਤੀ ਸੀ, ਕਿੱਥੇ ਗਈ? ਸ਼ਰਾਬ ਸਸਤੀ ਵੀ ਦਿਆਂਗੇ ਤੇ ਸਰਕਾਰ ਦੀ ਕਮਾਈ ਵੀ ਵਧਾਵਾਂਗੇ। ਬਿਲਕੁਲ ਝੂਠੋ ਝੂਠ ਸਾਬਤ ਹੋ ਰਹੀਆਂ ਨੇ। ਉਸੇ ਤਰ੍ਹਾਂ ਹੀ ਬਾਕੀ ਵੀ ਵਾਅਦੇ ਇਹਨਾਂ ਦੇ ਝੂਠ ਹੀ ਸਾਬਤ ਹੋਣੇ ਆ। ਤੇ ਮੇਰੀ ਇਹ ਬੇਨਤੀ ਹੈ ਕਿ ਪੰਜਾਬੀਆਂ ਨੂੰ ਗੁੰਮਰਾਹ ਨਾ ਕਰਦੇ ਹੋਏ ਜੋ ਸੱਚਾ ਤੱਥ ਆ ਉਹ ਲੋਕਾਂ ਦੇ ਸਾਹਮਣੇ ਰੱਖੇ ਜਾਣ, ਨਾ ਪੰਜਾਬੀਆਂ ਨੂੰ ਬੇਵਕੂਫ ਬਣਾਓ। ਪੰਜਾਬ ਦਾ ਨੁਕਸਾਨ ਪਹਿਲਾਂ ਹੀ ਬਹੁਤ ਜ਼ਿਆਦਾ ਹੋ ਚੁੱਕਾ, ਅੱਗੋਂ ਹੋਰ ਨਾ ਕਰੋ। ਜੀ ਜੀ, ਧੰਨਵਾਦ ਜੀ, ਧੰਨਵਾਦ। ਤੁਸੀਂ ਸਾਡੇ ਨਾਲ ਜੁੜੇ ਹੋ, ਆਪਣੇ ਕੀਮਤੀ ਵਿਚਾਰ ਰੱਖੇ ਨੇ। ਅੱਜ ਦੇ ਵਿਚਾਰ ਚਰਚਾ ਵਿੱਚ ਇਹ ਗੱਲ ਉੱਪਰ ਕੇ ਸਾਹਮਣੇ ਆਉਂਦੀ ਹੈ ਕਿ ਜਿੰਨਾ ਤੁਸੀਂ ਕਿਸੇ ਨੂੰ ਸਹੂਲਤਾਂ ਦਿੰਦੇ ਹੋ ਜਾਂ ਜਿੰਨਾ ਤੁਸੀਂ ਕਿਸੇ ਨਾਲ ਢਿੱਲ ਵਰਤਦੇ ਹੋ, ਉਹਨਾਂ ਹੀ ਜਿਹੜਾ ਕਈ ਵਾਰੀ ਵਿਅਕਤੀ ਕੀ ਹੈ ਆਲਸੀ ਹੁੰਦਾ ਜਾਂਦਾ, ਸੁਸਤ ਹੁੰਦਾ ਜਾਂਦਾ। ਤੇ ਨਾਲ ਦੀ ਨਾਲ ਬੰਦੇ ਲਈ ਜਿਹੜੀ ਹਰ ਇੱਕ ਇਨਸਾਨ ਦੇ ਲਈ ਜਿੱਥੇ ਆਰਾਮ ਦੀ ਜ਼ਰੂਰਤ ਹੈ, ਨਾਲ ਦੀ ਨਾਲ ਉੱਥੇ ਉਹਦੇ ਲਈ ਕੁਝ ਨਾ ਕੁਝ ਕੰਮ ਦੀ ਵੀ ਜ਼ਰੂਰਤ ਆ। ਮਿਹਨਤ ਮਸ਼ੱਕਤ ਵਿਅਕਤੀ ਕਰਦਾ ਰਹਿਣਾ ਚਾਹੀਦਾ। ਅਗਰ ਕਿਸੇ ਵਿਅਕਤੀ ਨੂੰ ਲੱਗੇ ਮੈਨੂੰ ਸਾਰੀਆਂ ਚੀਜ਼ਾਂ ਮੁਫਤ ਵਿੱਚ ਮਿਲ ਜਾਣੀਆਂ, ਤੇ ਕਿਤੇ ਨਾ ਕਿਤੇ ਹੱਡ ਹਰਾਮੀਪਣਾ ਉਹਦੀ ਜਿਹੜੀ ਆ ਹੱਡਾਂ ਦੇ ਵਿੱਚ ਜਿਹੜਾ ਉਹ ਵਸ ਜਾਂਦਾ। ਜਿਵੇਂ ਕਮਰ ਮੰਜ਼ਰ ਜੀ ਨੇ ਕਿਹਾ ਕਿ ਹੱਡਾਂ 'ਚ ਪਾਰਾ ਪਾਉਣ ਵਾਲੀ ਜਿਹੜੀ ਗੱਲ ਆ, ਇਹ ਮੁਫਤ ਦੀਆਂ ਚੀਜ਼ਾਂ ਵੀ ਤੇ ਨਾਲ ਦੀ ਨਾਲ ਜਿਹੜੀਆਂ ਨਸ਼ੇ ਨੇ, ਇਹ ਵੀ ਕਿਤੇ ਕਿਤੇ ਮੈਨੂੰ ਲੱਗਦਾ ਨਸ਼ਾ ਹੀ ਆ ਮੁਫਤ ਚੀਜ਼ਾਂ ਦਾ। ਤੇ ਇਹ ਨਸ਼ਿਆਂ ਤੋਂ ਸਾਨੂੰ ਜਿਹੜਾ ਬਚਾਉਣ ਦੀ ਜਿਹੜੀ ਸਮਾਜ ਨੂੰ ਬਹੁਤ ਵੱਡੀ ਲੋੜ ਹੈ। ਮਾਨਸਿਕ ਤੌਰ ਤੇ ਸਮਾਜ ਨੂੰ ਮਜ਼ਬੂਤ ਕਰਨ ਦੀ ਦਿਸ਼ਾ ਵਿੱਚ ਜਿਹੜਾ ਉਹ ਕਦਮ ਸਰਕਾਰ ਨੂੰ ਵਧਾਉਣਾ ਪਵੇਗਾ। ਸਿਹਤ ਦੇ ਵਿੱਚ ਜਿਹੜਾ ਉਹ ਸਮੁੱਚੀ ਸਿਹਤ ਦੇ ਵਿੱਚ ਸਮੁੱਚੀ ਮਨੁੱਖਤਾ ਦਾ ਜਿਹੜਾ ਨਾਲ ਦੀ ਨਾਲ ਮਾਨਸਿਕ ਸਿਹਤ ਆ, ਸਰੀਰਕ ਦੇ ਨਾਲ ਨਾਲ ਮਾਨਸਿਕ ਸਿਹਤ ਨੂੰ ਵੀ ਸ਼ਾਮਲ ਕਰਕੇ ਉਹਦੇ ਹਿਸਾਬ ਨਾਲ ਹੀ ਸਰਕਾਰਾਂ ਨੂੰ ਜਿਹੜੀਆਂ ਆਪਣੀਆਂ ਯੋਜਨਾਵਾਂ ਉਲੀਕਣੀਆਂ ਚਾਹੀਦੀਆਂ। ਤੇ ਇਹੋ ਜਿਹੀ ਯੋਜਨਾ ਜਿਹੜੀ ਉਲੀਕੇਗੀ, ਜਿਹੜੀ ਕੋਈ ਆਸਪੂਰ ਕੰਮ ਕਰ ਰਹੀ ਪਾਰਟੀ, ਆਉਣ ਵਾਲੇ ਸਮੇਂ 'ਚ ਉਹ ਲੱਗਦਾ ਕਿ ਪੰਜਾਬੀ ਜਿਹੜੇ ਆ ਉਸੇ ਪਾਰਟੀ ਨੂੰ ਤਰਜੀਹ ਦੇਣਗੇ। ਇੱਥੇ ਆਪਾਂ ਗੱਲਬਾਤ ਅੱਜ ਦੀ ਖਤਮ ਕਰਦੇ ਹਾਂ। ਸਾਰਿਆਂ ਦਾ ਬਹੁਤ ਬਹੁਤ ਧੰਨਵਾਦ।